के नाशक विघ्नन के नाशक। श्री हर गोबिंद शुभ सुमत प्रकाशक। श्री हर राय नमो कर जोरी। नमो कर जोरी। गुरु हर कृष्ण मनाए होरी। गुरु तेग बहादुर परम कृपाला। जियो परम कृपाला। श्री गुरु गोबिंद सिंह विशाला। ਧਰੋਂ ਤਹਰਾ ਪਰ ਪੁੰਨ ਪੁੰਨ ਸੀਸਾ। ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। दोहरा बस्त डरोली ग्राम मह कीने अनेक बिलास। एक गाथ होई जथा सुनहो तथा सुख रास। बस्त डरोली ग्राम मह। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਜੀ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਯਾਮੀ ਸੁਖ ਨਿਦਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਭ ਸੰਗਤ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਗੁਰੂ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਬੈਠੇ ਹੋ। ਪਰਮੇਸ਼ਰ ਨੇ ਜ਼ਿੰਦਗੀ ਬਖਸ਼ਿਸ਼ ਕੀਤੀ ਹੈ, ਉਸ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਵਾਹਿਗੁਰੂ ਜੀ ਦੇ ਚਰਨਾਂ 'ਚ ਚਿੱਤ ਜੋੜਨ ਵਾਸਤੇ ਤੁਸੀਂ ਇੱਥੇ ਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਹੋ। ਗੁਰੂ ਅਮਰਦਾਸ ਜੀ ਦਾ ਬਚਨ ਹੈ, ਇਹ ਮਨ ਹਰਿ ਦੀ ਧਿਆਏ ਤੂੰ। ਬਸ ਇਸ ਅੱਧੀ ਪੰਕਤੀ 'ਤੇ ਜੇ ਰੁਕ ਜਾਈਏ, ਮਹਾਰਾਜ ਕਹਿੰਦੇ ਆਪਣੇ ਮਨ ਨਾਲ ਗੱਲ ਕਰਿਆ ਕਰ ਵੀ ਮਨਾ ਵਾਹਿਗੁਰੂ ਨੂੰ ਧਿਆਉਣਾ ਹੈ, ਧਿਆਉਣਾ ਹੈ। ਪਰਮੇਸ਼ਰ ਨੂੰ ਕਿਉਂ ਧਿਆਉਣਾ ਹੈ ਜੀ? ਕੀ ਕਾਰਨ ਹੈ? ਤੇ ਮਹਾਰਾਜ ਗਰੀਬ ਨਵਾਜ ਜੀ ਨੇ ਕਾਰਨ ਵੀ ਦੱਸਿਆ। ਉਸ ਰੱਬ ਨੇ ਸਾਨੂੰ ਬਹੁਤ ਕੁਝ ਦਿੱਤਾ ਜੀ, ਬਹੁਤ ਕੁਝ ਦਿੱਤਾ। ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਮਹਾਰਾਜ ਕਹਿਣ ਲੱਗੇ ਰੱਬ ਨੂੰ ਧਿਆਇਆ ਕਰ, ਉਹਦਾ ਧਿਆਨ ਧਾਰਿਆ ਕਰ। ਕੀ ਕੁਝ ਨਹੀਂ ਦਿੱਤਾ ਵਾਹਿਗੁਰੂ ਨੇ? ਪੀਣ ਵਾਲਾ ਪਾਣੀ ਲੈ ਲਓ, ਪਰਮੇਸ਼ਰ ਨੇ ਸਾਨੂੰ ਪੀਣ ਵਾਸਤੇ ਪਾਣੀ ਦਿੱਤਾ ਜੀ। ਗੁਰੂ ਅਰਜਨ ਦੇਵ ਜੀ ਕਹਿੰਦੇ ਤੂੰ ਪਾਣੀ ਪੀਣਾ, ਇਹ ਵੀ ਰੱਬ ਦੀ ਮਿਹਰ ਹੈ। ਜਿਹ ਪ੍ਰਸਾਦ ਪੀਵਹਿ ਸੀਤਲ ਜਲਾ।
ਇੱਕ ਰਾਜਾ ਮਹਾਂਪੁਰਖਾਂ ਦੀ ਸੰਗਤ ਕਰਦਾ ਸੀ, ਪਰ ਕਿਸੇ ਚੀਜ਼ ਦੀ ਕਦਰ ਨਹੀਂ ਸੀ ਕਰਦਾ ਜੀ। ਮਹਾਂਪੁਰਖਾਂ ਨੇ ਸੋਚਿਆ ਵੀ ਇਹਨੂੰ ਕਦਰ ਕਰਨੀ ਸਿਖਾਈਏ। ਕਹਿੰਦੇ ਤੂੰ ਬਹੁਤ ਗਰਮੀ ਦੇ ਵਿੱਚ ਇਕੱਲਾ ਹੀ ਕਿਤੇ ਗਿਆ ਤੇ ਦੁਪਹਿਰ ਦਾ ਸਮਾਂ ਹੋ ਗਿਆ, ਗਰਮੀ ਬਹੁਤ ਲੱਗੀ, ਤੇ ਗਰਮੀ ਵਿੱਚ ਕੀ ਲੱਗਦਾ ਬੰਦੇ ਨੂੰ? ਪਿਆਸ ਲੱਗਦੀ ਜੀ। ਕਹਿੰਦੇ ਤੈਨੂੰ ਪਿਆਸ ਲੱਗ ਗਈ, ਹੁਣ ਉਸ ਪਿਆਸ ਨੂੰ ਬੁਝਾਉਣ ਵਾਸਤੇ ਤੂੰ ਥਾਂ ਥਾਂ ਤੁਰੀ ਫਿਰਦਾ, ਪਰ ਤੈਨੂੰ ਪਾਣੀ ਨਹੀਂ ਮਿਲਦਾ। ਫਿਰ ਇੱਕ ਬੰਦੇ ਨੇ ਤੇਰੇ ਤੇ ਰਹਿਮ ਕੀਤਾ ਤੇ ਤੈਨੂੰ ਅੱਧਾ ਗਲਾਸ ਪਾਣੀ ਦਾ ਦੇ ਦਿੱਤਾ। ਦੱਸ ਤੂੰ ਕੀ ਦੇਂਗਾ ਉਹਨੂੰ? ਰਾਜਾ ਕਹਿਣ ਲੱਗਾ, ਸੰਤ ਜੀ ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੈ ਤੇ ਮੈਂ ਪਾਣੀ ਮੰਗਦਾ ਫਿਰਦਾ, ਮੈਨੂੰ ਪਾਣੀ ਨਹੀਂ ਮਿਲ ਰਿਹਾ। ਅੱਧਾ ਗਲਾਸ ਜੇ ਕੋਈ ਮੈਨੂੰ ਬੰਦਾ ਪਾਣੀ ਪਿਆਵੇ ਤੇ ਮੈਂ ਅੱਧਾ ਰਾਜ ਉਹਨੂੰ ਦੇ ਦਿਆਂਗਾ। ਕਹਿੰਦੇ ਅਗਲੇ ਦਿਨ ਫਿਰ ਤੈਨੂੰ ਲੋੜ ਪੈ ਜੇ, ਅਗਲੇ ਦਿਨ ਫਿਰ ਉਹ ਤੈਨੂੰ ਪਾਣੀ ਪਿਆਵੇ, ਤੇਰੇ ਪ੍ਰਾਣ ਹੀ ਨਿਕਲਦੇ ਜਾਣ, ਤੇਰੀ ਜ਼ਿੰਦਗੀ ਮੁੱਕਣ ਤੇ ਆ ਜੇ, ਉਹ ਤੈਨੂੰ ਫਿਰ ਅੱਧਾ ਗਲਾਸ ਪਾਣੀ ਦਾ ਦੇਵੇ ਤਾਂ ਤੂੰ ਕੀ ਕਰੇਂਗਾ? ਕਹਿੰਦਾ ਜੀ ਅੱਧਾ ਰਾਜ ਫਿਰ ਦੇ ਦਿਆਂਗਾ। ਕਹਿੰਦੇ ਰਾਜਨ ਰੱਬ ਦੀ ਮਿਹਰ ਵੇਖ ਲੈ, ਇੱਕ ਗਲਾਸ ਪਾਣੀ ਦੀ ਕੀਮਤ ਤੇਰਾ ਪੂਰਾ ਰਾਜ ਹੈਗਾ ਹੀ। ਕਹਿੰਦੇ ਤੇਰਾ ਇੰਨਾ ਵੱਡਾ ਰਾਜ ਹੈ, ਇੱਕ ਗਲਾਸ ਪਾਣੀ ਦੀ ਕੀਮਤ ਹੀ ਹੈਗੀ ਬਸ। ਤੇ ਰੱਬ ਨੇ ਤੇ ਬਹੁਤ ਕੁਝ ਦਿੱਤਾ ਜੀ, ਪਰਮੇਸ਼ਰ ਨੇ ਬਹੁਤ ਕੁਝ ਦਿੱਤਾ। ਘਰ ਦਿੱਤਾ, ਤੁਸੀਂ ਜਿੰਨੇ ਆਏ ਹੋ ਇੱਥੇ ਸਾਰਿਆਂ ਦੇ ਘਰ ਹੈਗੇ ਜੀ। ਰੱਬ ਨੇ ਘਰ ਦਿੱਤਾ ਤਾਂ ਹੀ ਬੈਠੇ ਨਾ ਜੀ ਘਰ ਵਿੱਚ ਜੀ। ਇਸ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਰੱਬ ਨੂੰ ਧਿਆਇਆ ਕਰੋ, ਪਰਮੇਸ਼ਰ ਨੂੰ ਯਾਦ ਕਰਿਆ ਕਰੋ। ਮਹਾਰਾਜ ਕਿਵੇਂ ਯਾਦ ਕਰਨਾ? ਮਹਾਰਾਜ ਕਹਿੰਦੇ ਇੱਕ ਮਨ ਇੱਕ ਚਿੱਤ ਭਾਏ, ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਨੂੰ ਧਿਆਉਣਾ। ਕਿਵੇਂ? ਮਹਾਰਾਜ ਕਹਿੰਦੇ ਜਿਵੇਂ ਕੁੱਤਾ ਜਪਦਾ ਕੁੱਤਾ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇਹ ਮਨ ਹਰ ਦੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਇੱਕ ਚਿੱਤ ਭਾਏ। ਕੁੱਤੇ ਦਾ ਬੜਾ ਵੱਡਾ ਇੱਕ ਗੁਣ ਹੈਗਾ ਜੀ, ਪਤਾ ਕੀ ਜੀ? ਕੁੱਤੇ ਨੂੰ ਅੱਧੀ ਰੋਟੀ ਵੀ ਦੇ ਦਿਓ ਚੁੱਪ ਕਰਕੇ ਖਾ ਲੇਗਾ ਜੀ। ਆਪਣੇ ਮਾਲਕ ਦਾ ਘਰ ਨਹੀਂ ਛੱਡਦਾ ਜੀ। ਪਾਲਤੂ ਕੁੱਤਾ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ, ਮਾਲਕ ਦਾ ਦਰ ਮੂਲ ਨਹੀਂ ਛੱਡਦੇ, ਭਾਵੇਂ 100 ਵੱਜਣ ਜੁੱਤੇ। ਉੱਠ ਬੁੱਲਿਆ ਹੁਣ ਪੀਰ ਮਨਾ ਲੈ, ਨਹੀਂ ਤਾਂ ਬਾਜੀ ਲੈ ਗਏ ਕੁੱਤੇ। ਬੜੀ ਬੜੀ ਸਿੱਖਿਆ ਮਹਾਰਾਜ ਨੇ ਕਹੀ। ਸੋ ਆਪ ਜੀ ਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਵਾਸਤੇ ਬੈਠੇ ਹੋ। ਸਭ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈਂ ਦਾਸ ਜੀ ਦੀ ਚਿੱਠੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਈ। ਸੱਚੇ ਪਾਤਸ਼ਾਹ ਵਿਸਾਖੀ ਭਾਈ ਕੀ ਡਰੌਲੀ ਵਿੱਚ ਮਨਾਓ। ਮਹਾਰਾਜ ਸਮੇਤ ਪਰਿਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਤੇ ਗਰੀਬ ਨਵਾਜ ਜੀ ਭਾਈ ਕੀ ਡਰੌਲੀ ਨੂੰ ਤੁਰੇ ਜੀ। ਕੱਲ ਤੁਸੀਂ ਸੁਣਿਆ ਰਸਤੇ ਵਿੱਚ ਮਹਾਰਾਜ ਨੇ ਤਰਨ ਤਾਰਨ ਉਸ ਤੀਰਥ ਦੇ ਦਰਸ਼ਨ ਕੀਤੇ, ਰਾਤ ਉੱਥੇ ਰਹੇ, ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਦਾਨ ਦਿੱਤਾ, ਨਾਮ ਜਪਿਆ ਜੀ। ਕੱਲ ਵੀ ਬੇਨਤੀ ਕੀਤੀ ਸੀ, 3 ਸਿਧਾਂਤ ਨੇ, ਨਾਮ ਦਾਨ ਇਸ਼ਨਾਨ। ਗੁਰਮੁਖ ਨਾਮ ਦਾਨ ਇਸ਼ਨਾਨ। ਮਹਾਰਾਜ ਗਰੀਬ ਨਵਾਜ ਫਿਰ ਭਾਈ ਕੀ ਡਰੌਲੀ ਵਿੱਚ ਪਹੁੰਚੇ। ਜਦੋਂ ਭਾਈ ਕੀ ਡਰੌਲੀ ਪਹੁੰਚੇ, ਸਾਈਂ ਦਾਸ ਜੀ ਨੇ ਬੜਾ ਚਾਅ ਕੀਤਾ, ਬੇਬੇ ਰਾਮੋ ਨੇ ਬੜਾ ਚਾਅ ਕੀਤਾ, ਤੇ ਵਿਸਾਖੀ ਫਿਰ ਮਹਾਰਾਜ ਨੇ ਭਾਈ ਕੀ ਡਰੌਲੀ ਮਨਾਈ ਜੀ। ਵਿਸਾਖੀ 'ਤੇ ਬਹੁਤ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚੀਆਂ। ਹੁਣ ਆਪਾਂ ਅੱਗੋਂ ਕਥਾ ਸੁਣੀਏ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਕਹੋ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਸਤ ਡਰੌਲੀ ਗ੍ਰਾਮ ਮਹਿ ਕੀਨੇ ਅਨੇਕ ਬਿਲਾਸ। ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਡਰੌਲੀ ਵਿੱਚ ਰਹਿ ਕੇ ਬੜੇ ਕਾਰਜ ਮਹਾਰਾਜ ਨੇ ਕੀਤੇ ਜੀ। ਕਈ ਪ੍ਰਕਾਰ ਦੇ ਕੌਤਕ ਕੀਤੇ ਜੀ। ਚੇਤਾ ਰੱਖਿਓ, ਆਮ ਬੰਦੇ ਦੇ ਕੰਮ ਕਿਸੇ ਦਾ ਮਨ ਦੁਖਾ ਸਕਦੇ ਆ, ਪਰ ਗੁਰੂ ਦੇ ਕੌਤਕ ਆਨੰਦ ਹੀ ਦਿੰਦੇ ਨੇ ਜੀ। ਮਨ ਨੂੰ ਖੁਸ਼ੀ ਹੁੰਦੀ ਹੈ ਸੁਣ ਕੇ, ਮਨ ਨੂੰ ਸਕੂਨ ਮਿਲਦਾ ਸੁਣ ਕੇ। ਸੋ ਗਰੀਬ ਨਵਾਜ ਮਹਾਰਾਜ ਨੇ ਬੜੇ ਕੌਤਕ ਕੀਤੇ ਜੀ, ਜਿਹੜੇ ਕੌਤਕ ਆਨੰਦ ਵਾਲੇ ਨੇ, ਆਨੰਦ ਵਾਲੇ। ਹਾਂਜੀ, ਏਕ ਗਾਥ ਹੋਈ ਜਥਾ। ਕਹਿੰਦੇ ਇੱਕ ਕਥਾ, ਇੱਕ ਕੰਮ ਹੋਇਆ ਉੱਥੇ ਜੀ। ਇੱਕ ਕੌਤਕ ਮਹਾਰਾਜ ਨੇ ਬੜਾ ਵੱਡਾ ਕੀਤਾ। ਸੁਨਹੁ ਤਥਾ ਸੁਖ ਰਾਸ। ਕਹਿੰਦੇ ਕਥਾ ਸੁਣਨ ਵਾਲਿਓ, ਪਿਆਰਿਓ, ਤੁਸੀਂ ਗੁਰੂ ਦੀ ਕਥਾ ਸੁਣਨ ਵਾਸਤੇ ਬੈਠੇ ਹੋ, ਸੁਣੋ। ਮਹਾਰਾਜ ਨੇ ਇੱਕ ਕੌਤਕ ਕੀਤਾ। ਕੌਤਕ ਤੇ ਬੜੇ ਕੀਤੇ ਜੀ, ਪਰ ਇੱਕ ਕੌਤਕ ਮੇਨ ਕਹਿੰਦੇ ਤੁਸੀਂ ਸੁਣ ਲਓ। ਘਰ ਵੱਡੇ ਇੱਕ ਗ੍ਰਾਮ ਮਹਿ। ਵੱਡੇ ਘਰ ਇੱਕ ਪਿੰਡ ਦਾ ਨਾਮ ਹੈਗਾ ਜੀ। ਪਿੰਡ ਦਾ ਕੀ ਨਾਮ ਹੈ? ਵੱਡੇ ਘਰ ਹੈ। ਹਾਂਜੀ, ਗੁਰ ਸਿੱਖ ਬਸੈ ਤਿਖਾਨ। ਤਰਖਾਣ ਬਰਾਦਰੀ ਦਾ ਇੱਕ ਗੁਰੂ ਦਾ ਸਿੱਖ ਰਹਿੰਦਾ ਹੈ ਜੀ। ਵੱਡੇ ਘਰ ਵਿੱਚ ਤਰਖਾਣ ਇੱਕ ਗੁਰੂ ਦਾ ਸਿੱਖ ਰਹਿੰਦਾ ਹੈ। ਰਾਮਦਾਸ ਸਤਿਗੁਰੂ ਤੇ ਹਾਂਜੀ, ਸਿੱਖੀ ਧਰੀ ਮਹਾਨ। ਉਹ ਗੁਰੂ ਰਾਮਦਾਸ ਜੀ ਦੇ ਵੇਲੇ ਦਾ ਸਿੱਖ ਸੀਗਾ ਜੀ। ਗੁਰੂ ਰਾਮਦਾਸ ਜੀ ਦੇ ਚਰਨਾਂ 'ਚੋਂ ਹਾਜ਼ਰ ਹੋਇਆ। ਨਾਮ ਉਹਦਾ ਸੀ ਭਾਈ ਆਕਲ। ਭਾਈ ਆਕੁਲ ਜੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਜੀ। ਗੁਰੂ ਰਾਮਦਾਸ ਸਤਿਗੁਰੂ ਜੀ ਕੋਲੋਂ ਸਿੱਖੀ ਪ੍ਰਾਪਤ ਕੀਤੀ, ਗੁਰਮੰਤਰ ਦੀ ਦਾਤ ਪ੍ਰਾਪਤ ਕੀਤੀ ਜੀ। ਹਾਂਜੀ, ਚੌਪਈ ਛਠੇ ਮਾਸ ਦਰਸ਼ਨ ਕੋ ਜਾਏ। ਹਰ 6 ਮਹੀਨਿਆਂ ਬਾਅਦ ਭਾਈ ਆਕਲ ਜੀ ਹਰਿਮੰਦਰ ਸਾਹਿਬ ਆ ਕੇ ਦਰਸ਼ਨ ਕਰਦੇ ਹੁੰਦੇ ਸੀਗੇ ਜੀ। ਵੱਡੇ ਪਿੰਡ ਤੋਂ ਦਰਬਾਰ ਸਾਹਿਬ ਆਉਣਾ, ਦਰਸ਼ਨ ਕਰਨੇ ਗੁਰੂ ਜੀ ਦੇ। ਜਥਾ ਸ਼ਕਤ ਧਨ ਪੇਟ ਚੜਾਏ। ਫਿਰ ਜਿੰਨੀ ਪਹੁੰਚ ਸੀ ਆਪਣੀ ਹੈਸੀਅਤ, ਜਥਾ ਸ਼ਕਤ ਦਾ ਮਤਲਬ ਜਿੰਨੀ ਸ਼ਕਤੀ ਹੈ ਜੀ, ਜਿੰਨੀ ਪਹੁੰਚ ਹੈ, ਉਸ ਪਹੁੰਚ ਦੇ ਹਿਸਾਬ ਦੇ ਨਾਲ ਮਾਇਆ ਵੀ ਭੇਟਾ ਕਰਨੀ ਗੁਰੂ ਜੀ ਨੂੰ ਜੀ। ਸੁਣੈ ਪ੍ਰੇਮ ਕਰ ਗੁਰ ਕੀ ਬਾਣੀ। ਤੇ ਭਾਈ ਆਕੁਲ ਜੀ ਬੜੇ ਹੀ ਪਿਆਰ ਦੇ ਨਾਲ ਗੁਰੂ ਦੀ ਬਾਣੀ ਸੁਣਦੇ ਸੀਗੇ ਜੀ। ਕਈ ਵਿਚਾਰੇ ਬੱਧੋ ਰੋਟੀ ਸੁਣਦੇ ਆ, ਕਈਆਂ ਦੀ ਡਿਊਟੀ ਹੁੰਦੀ ਬਾਣੀ ਸੁਣਨੀ, ਕਈ ਬੜੇ ਪਿਆਰ ਨਾਲ ਬਾਣੀ ਸੁਣਦੇ ਜੀ। ਹਾਂਜੀ, ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਮਹਾਂਪੁਰਖ, ਉਹਨਾਂ ਦੇ ਕੋਲ ਹਰ ਸਮੇਂ ਇੱਕ ਸਿੱਖ ਬਾਣੀ ਪੜ੍ਹਦਾ ਰਹਿੰਦਾ ਹੁੰਦਾ ਸੀਗਾ ਜੀ। ਹਾਂਜੀ, ਉਹਨਾਂ ਨੇ ਪਿਆਰ ਦੇ ਨਾਲ ਬਾਣੀ ਸੁਣੀ ਜਾਣੀ, ਬਾਣੀ ਸੁਣੀ ਜਾਣੀ ਜੀ। ਚੇਤਾ ਰੱਖਿਓ, ਗੁਰਬਾਣੀ ਸੁਣਨ ਦੇ ਨਾਲ ਕਰੋੜਾਂ ਹੀ ਪੁੰਨ ਬੰਦੇ ਦੇ ਬਣਦੇ ਆ ਜੀ। ਕਰੋੜਾਂ ਪੁੰਨ, ਕੋਟ ਪੁੰਨ ਸੁਣ ਹਰ ਕੀ ਬਾਣੀ। ਭਾਈ ਆਕਲ ਨੇ ਬੜੇ ਪਿਆਰ ਨਾਲ ਗੁਰੂ ਜੀ ਦੀ ਬਾਣੀ ਸੁਣਨੀ ਜੀ। ਹਾਂਜੀ, ਧਰਮ ਕਿਰਤ ਕਰ ਬਨੇ ਸੋਦਾਨੀ। ਧਰਮ ਦੀ ਕਿਰਤ ਵੀ ਕਰਨੀ, ਬਾਣੀ ਪੜ੍ਹਨੀ ਤੇ ਸੁਣਨੀ, ਤੇ ਫਿਰ ਆਪਣੀ ਧਰਮ ਦੀ ਕਿਰਤ ਵਿੱਚੋਂ ਦਾਨ ਵੀ ਦੇਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਕਿੰਨੇ ਗੁਣਾਂ ਦੇ ਨਾਲ ਭਰਿਆ ਹੋਇਆ ਜੀਵਨ ਹੈ ਜੀ ਭਾਈ ਆਕਲ ਜੀ ਦਾ ਜੀ। ਹਾਂਜੀ, ਧਰਮ ਦੀ ਕਿਰਤ ਕਰਨੀ, ਬਾਣੀ ਪੜ੍ਹਨੀ, ਹਰ 6 ਮਹੀਨਿਆਂ ਬਾਅਦ ਗੁਰੂ ਜੀ ਦੇ ਚਰਨਾਂ ਵਿੱਚ ਜਾਣਾ ਜੀ। ਹਾਂਜੀ, ਭਾਉ ਔਰ ਵਿਖੇ ਭਾਉ ਕੋ ਧਾਰੈ। ਹਿਰਦੇ ਦੇ ਵਿੱਚ ਬਹੁਤਾ ਹੀ ਪ੍ਰੇਮ ਧਾਰਨ ਕੀਤਾ ਜੀ। ਆਪ ਕੰਮਕਾਰ ਕਰਨਾ, ਬਾਣੀ ਪੜ੍ਹਦੇ ਰਹਿਣਾ, ਗੁਰੂ ਦੀ ਸਿੱਖੀ ਧਾਰਨ ਕੀਤੀ। ਵੇਖੋ ਨਾ ਜੀ, ਜਿਹਨੇ ਦਰਸ਼ਨ ਗੁਰੂ ਰਾਮਦਾਸ ਜੀ ਦੇ ਕੀਤੇ ਜੀ, ਤੇ ਆਮ ਸਿੱਖ ਤਾਂ ਹੈ ਹੀ ਨਹੀਂ ਜੀ ਉਹ। ਸਤਿਗੁਰ ਮਹਿਮਾ ਅਧਿਕ ਉਚਾਰੈ। ਤੇ ਭਾਈ ਆਕਲ ਜੀ ਨੇ ਜਿੱਥੇ ਬੈਠਣਾ ਉੱਥੇ ਗੁਰੂ ਜੀ ਦੀ ਮਹਿਮਾ ਕਰਨੀ ਜੀ, ਗੁਰੂ ਜੀ ਦੀ ਸਿਫਤ ਕਰਨੀ। ਮੈਂ ਵੇਖਿਆ ਕਈ ਗੁਰਸਿੱਖਾਂ ਦਾ ਸੁਭਾਅ ਹੁੰਦਾ, ਉਹ ਜਿੱਥੇ ਬਹਿੰਦੇ ਨਾ ਜੀ, ਗੁਰਮੁਖਾਂ ਦੀ, ਮਹਾਂਪੁਰਖਾਂ ਦੀ, ਗੁਰੂ ਜੀ ਦੀ ਵਡਿਆਈ ਕਰਨ ਲੱਗ ਪੈਂਦੇ ਜੀ। ਇਹਦਾ ਸਭ ਤੋਂ ਵੱਡਾ ਫਾਇਦਾ ਪਤਾ ਕੀ ਹੈਗਾ ਜੀ?
ਜਿਸ ਸਮੇਂ ਤੁਸੀਂ ਵਡਿਆਈ ਕਰ ਰਹੇ ਤੇ ਉਹ ਸਮਾਂ ਸਫਲਾ ਜੀ, ਹੋਰ ਵੀ ਬੜੇ ਸੁੱਖ ਮਿਲਦੇ ਜੀ। ਭਾਈ ਆਕੁਲ ਜੀ ਨੇ ਜਿੱਥੇ ਬੈਠਣਾ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਦੀਆਂ ਸਿਫਤਾਂ ਸ਼ੁਰੂ ਕਰ ਦੇਣੀਆਂ ਜੀ। ਹਾਂਜੀ, ਸ਼੍ਰੀ ਅਰਜਨ ਕੋ ਸੇਵਤ ਰਹਿਓ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ ਭੰਨ ਮਥੁਰਾ ਕਛ ਭੇਦ ਨਹੀਂ ਗੁਰੇ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰ ਗੁਰੂ ਅਰਜਨ ਦੇਵ ਜੀ ਦੀ ਬੜੀ ਸੇਵਾ ਕੀਤੀ ਜੀ ਭਾਈ ਆਕੁਲ ਜੀ ਨੇ। ਬਪ ਬਹੁ ਬਰਖਨ ਬੈ ਨਿਰਬਹਿਓ। ਸਰੀਰ ਦੀ ਉਮਰ ਲੰਮੀ ਹੋ ਗਈ ਜੀ। ਹਾਂਜੀ, ਕਈ ਸਾਲਾਂ ਦੀ ਉਮਰ ਹੋ ਗਈ ਜੀ ਭਾਈ ਆਕੁਲ ਜੀ ਦੀ। ਹਾਂਜੀ, ਆਕਲ ਕਹੈ ਤਾਹੇ ਕੋ ਨਾਮੂ। ਹਾਂਜੀ, ਮਨ ਕੋ ਗੁਰਮਤ ਮਹਿ ਬਿਸਰਾਮੂ। ਤੇ ਭਾਈ ਆਕੁਲ ਜੀ ਦਾ ਮਨ ਟਿਕਿਆ ਹੋਇਆ ਮਨ ਸੀਗਾ ਜੀ। ਸੰਗਤ ਜੀ, ਕਈ ਗੁਰੂ ਦੇ ਪਿਆਰੇ ਟਿਕਾਓ ਵਿੱਚ ਹੁੰਦੇ ਆ ਜੀ, ਉਹਨਾਂ ਦਾ ਜੀਵਨ ਟਿਕਿਆ ਹੁੰਦਾ ਜੀ। ਜੀਵਨ 'ਚ ਟਿਕਾਓ ਹੁੰਦਾ ਜੀ, ਕਈਆਂ ਦੇ ਕੋਈ ਟਿਕਾਓ ਨਹੀਂ ਹੁੰਦਾ ਜੀ। ਅੱਜ ਇੱਥੇ ਕੱਲ ਉੱਥੇ ਪਰਸੋਂ ਉੱਥੇ। ਭਾਈ ਆਕੁਲ ਜੀ ਦਾ ਮਨ ਗੁਰੂ ਦੀ ਮੱਤ 'ਚ ਟਿਕਿਆ ਹੋਇਆ ਹੈਗਾ ਜੀ। ਆਪਣੇ ਮਨ ਨੂੰ ਟਿਕਾਇਆ ਹੋਇਆ ਹੈਗਾ ਜੀ ਉਹਨਾਂ ਨੇ। ਹਾਂਜੀ, ਤਿਸ ਕੇ ਗ੍ਰਹਿ ਨਿਪਜੀ ਇੱਕ ਕੰਨਿਆ। ਭਾਈ ਸਮੇਂ ਦੇ ਨਾਲ ਭਾਈ ਆਕੁਲ ਜੀ ਦੇ ਘਰ ਵਿੱਚ ਇੱਕ ਧੀ ਪੈਦਾ ਹੋਈ ਜੀ। ਹਾਂਜੀ, ਪੂਰਬ ਜਨਮ ਪੁੰਨ ਕੀ ਧੰਨਿਆ। ਪਿਛਲੇ ਜਨਮਾਂ 'ਚ ਉਹਨੇ ਬੜੇ ਪੁੰਨ ਕਰਮ ਕੀਤੇ ਸੀਗੇ। ਉਸ ਧੀ ਨੇ ਨਾ ਜੀ ਬੜੇ ਚੰਗੇ ਕੰਮ ਕੀਤੇ ਸੀਗੇ। ਪਿਛਲੇ ਜਨਮਾਂ ਦੇ ਕੰਮਾਂ ਕਰਕੇ ਉਹ ਧੀ ਧੰਨ ਹੋ ਚੁੱਕੀ ਸੀਗੀ ਜੀ। ਹਾਂਜੀ, ਕਈਆਂ ਦੇ ਜੰਮਦੇ ਦਾ ਹੀ ਬੜਾ ਪ੍ਰਤਾਪ ਹੁੰਦਾ ਜੀ। ਪਿਛਲੇ ਜਨਮਾਂ ਦੇ ਪੁੰਨ ਹੁੰਦੇ ਜੀ ਬੜੇ ਜੀ। ਹਾਂਜੀ, ਸਪਤ ਬਰਖ ਜਬ ਆਕੁਲ ਜਾਨੀ। ਭਾਈ ਆਕੁਲ ਜੀ ਦੀ ਉਹ ਬੱਚੀ 7 ਸਾਲਾਂ ਦੀ ਹੋਈ ਜੀ। 7 ਸਾਲ ਉਮਰ ਹੋ ਗਈ ਜੀ ਬੱਚੀ ਦੀ। ਕਿਤ ਸੰਬੰਧ ਕਰੋ ਮਨ ਠਾਨੀ। ਮਨ 'ਚ ਵਿਚਾਰ ਆਇਆ, ਮਨਾ ਆਪਣੀ ਬੱਚੀ ਦਾ ਰਿਸ਼ਤਾ ਕਰਾਂ ਕਿਤੇ। ਹਰ ਬਾਪ ਨੂੰ ਚਿੰਤਾ ਹੁੰਦੀ, ਖਾਸ ਕਰਕੇ ਧੀ ਦੇ ਬਾਪ ਨੂੰ ਤੇ ਬਹੁਤੀ ਚਿੰਤਾ ਹੁੰਦੀ ਹੈ ਕਿ ਬੱਚੀ ਵੱਡੀ ਹੋ ਰਹੀ ਹੈ, ਇਹਦਾ ਰਿਸ਼ਤਾ ਕਰ ਦਈਏ ਕਿਤੇ। ਭਾਈ ਆਕੁਲ ਜੀ ਨੂੰ ਵੀ ਚਿੰਤਾ ਹੋਈ ਜੀ। ਮਨਾ ਮੈਂ ਹੁਣ ਆਪਣੀ ਬੱਚੀ ਦਾ ਰਿਸ਼ਤਾ ਕਰਾਂ ਕਿਤੇ, ਤੇ ਜੇ ਰਿਸ਼ਤਾ ਹੋ ਜਾਏ ਤੇ ਕੁਝ ਸਾਲਾਂ ਬਾਅਦ ਵਿਆਹ ਦੀ ਚਿੰਤਾ ਪੈ ਜਾਂਦੀ ਜੀ। ਹਾਂਜੀ, ਦਿਜ ਬੁਲਾਏ ਕਰ ਦਇਓ ਪਠਾਈ। ਉਹਨਾਂ ਦਿਨਾਂ 'ਚ ਬ੍ਰਾਹਮਣ ਹੀ ਇਹ ਕੰਮ ਕਰਦੇ ਹੁੰਦੇ ਸੀਗੇ ਜੀ। ਬ੍ਰਾਹਮਣ ਨੂੰ ਸੱਦਿਆ ਤੇ ਉਹਨੂੰ ਇਹ ਗੱਲ ਕਹੀ। ਹਾਂਜੀ, ਕਰ ਸ਼ੁਭ ਥਲ ਮਮ ਸੁਤਾ ਸਗਾਈ। ਕਿ ਇੱਕ ਵਧੀਆ ਜੀ ਥਾਂ ਵੇਖ ਕੇ ਮੇਰੀ ਧੀ ਦਾ ਰਿਸ਼ਤਾ ਕਰ ਦੇ। ਤੇ ਜਿੱਥੇ ਬ੍ਰਾਹਮਣ ਰਿਸ਼ਤਾ ਕਰ ਦਿੰਦਾ ਹੁੰਦਾ ਸੀ ਨਾ ਜੀ, ਉਹਨੂੰ ਪੱਕਾ ਹੀ ਸਮਝਿਆ ਜਾਂਦਾ ਸੀਗਾ ਜੀ। ਬ੍ਰਾਹਮਣ ਦੀ ਮਰਜ਼ੀ ਚੱਲਦੀ ਹੁੰਦੀ ਸੀਗੀ ਉਸ ਸਮੇਂ ਦੀ। ਹਾਂਜੀ, ਫਿਰਿਓ ਕਿਤਕ ਥਲ ਮਿਲਿਓ ਨਾ ਹਾਣੀ। ਉਹ ਬ੍ਰਾਹਮਣ ਫਿਰ ਕਈ ਥਾਵਾਂ ਤੇ ਫਿਰਿਆ ਜੀ, ਪਰ ਭਾਈ ਆਕੁਲ ਦੀ ਬੱਚੀ ਦਾ ਹਾਣੀ ਨਹੀਂ ਕੋਈ ਮਿਲਿਆ ਜੀ ਉਹਨੂੰ ਜੀ। ਖੋਜਤ ਆਇਓ ਪੁਰ ਤੁਕਲਾਣੀ। ਲੱਭਦਾ ਪੁੱਛਦਾ ਸਾਧ ਸੰਗਤ ਜੀ ਉਹ ਇੱਕ ਪਿੰਡ ਵਿੱਚ ਆਇਆ ਜੀ। ਹਾਂਜੀ, ਬੂਜਤ ਘਰ ਤੇ ਖਾਣ ਕੇ ਗਇਓ। ਤੁਕਲਾਣੀ ਪਿੰਡ ਸੀ, ਤੁਕਲਾਣੀ। ਤੇ ਹੁਣ ਭਾਈ ਆਕਲ ਜੀ ਵੀ ਤਰਖਾਣ ਸੀਗੇ ਜੀ। ਤੇ ਤਰਖਾਣਾ ਨੇ ਤਰਖਾਣਾ 'ਚ ਵਿਆਹ ਕਰਨਾ ਹੁੰਦਾ ਜੀ। ਇਹ ਸਿੱਧੀ ਜੀ ਗੱਲ ਹੈਗੀ ਆ। ਲੋਕ ਲੁਕਾਉਂਦੇ ਆ, ਛਪਾਉਂਦੇ ਆ, ਪਰ ਲੋਕ ਇਹ ਗੱਲ ਵਹਿੰਦੇ ਵੀ ਹੈਗੇ ਆ ਜੀ। ਇਹ ਗੱਲ ਵੱਖਰੀ ਹੈ। 10ਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਨਹੀਂ, ਜਾਤ ਨਹੀਂ ਵੇਖਣੀ, ਸਿੱਖੀ ਵੇਖਣੀ ਤੇ ਫਿਰ ਵਿਆਹ ਕਰਨਾ ਜੀ। ਹੁਣ ਬ੍ਰਾਹਮਣ ਵੇਖਦਾ ਵੀ ਤਰਖਾਣ ਦਾ ਘਰ ਵੇਖਾਂ। ਤੁਕਲਾਣੀ ਪਿੰਡ ਵਿੱਚ ਇੱਕ ਤਰਖਾਣ ਦਾ ਘਰ ਮਿਲਿਆ ਉਹਨੂੰ ਜੀ। ਹਾਂਜੀ, ਸਮਤਾ ਮੈਨੀ ਕੇ ਪਿਖ ਲਿਓ। ਉਹਨੇ ਵੇਖਿਆ ਵੀ ਪੈਸੇ ਵੱਲੋਂ, ਘਰ-ਬਾਰ ਵੱਲੋਂ ਇਹ ਘਰ ਜਿਹੜਾ ਭਾਈ ਆਕੁਲ ਦੇ ਘਰ ਦੇ ਬਰਾਬਰ ਹੈਗਾ ਜੀ। ਰਿਸ਼ਤੇਦਾਰੀ ਵਿਆਹ ਬਰਾਬਰ ਵਾਲਿਆਂ ਨਾਲ ਹੁੰਦੀ ਜੀ। ਹਾਂਜੀ, ਕਹਿਓ ਸੰਬੰਧ ਕਰਨ ਕੋ ਜਬੈ। ਹਾਂਜੀ, ਸਾਦਾ ਨਾਮ ਸੋ ਖਾਤੀ ਤਬੈ। ਤੇ ਉਸ ਘਰ ਵਿੱਚ ਜਾ ਪਹੁੰਚੇ। ਉਸ ਘਰ ਦੇ ਮੁਖੀਏ ਦਾ ਨਾਮ ਸੀ ਭਾਈ ਸਾਦਾ। ਹਾਂਜੀ, ਸਨਮਾਨਿਓ ਸੇਵਾ ਸਭ ਠਾਨੀ। ਸਾਦਾ ਜੀ ਨੇ ਵੇਖਿਆ ਵੀ ਬ੍ਰਾਹਮਣ ਆਇਆ
ਬ੍ਰਾਹਮਣ ਕਹਿੰਦਾ ਜੀ ਰਿਸ਼ਤਾ ਲੈ ਕੇ ਆਇਆ। ਤੇ ਸਾਧਾ ਜੀ ਨੇ ਬੜਾ ਸਨਮਾਨ ਕੀਤਾ ਜੀ, ਮੰਡਾ ਡਾਇਆ, ਉਸ ਬ੍ਰਾਹਮਣ ਨੂੰ ਬਿਠਾਇਆ, ਨਿਸ ਬਸਾਏ ਕਰ ਗਾਥ ਬਖਾਨੀ, ਰਾਤ ਰੱਖਿਆ ਆਪਣੇ ਘਰ। ਹਾਂਜੀ, ਭਲੋ ਮਹੂਰਤ ਤਬੈ ਸੁਧਾਏ, ਅਗਲੇ ਦਿਨ ਚੰਗਾ ਸਮਾਂ ਵੇਖ ਕੇ, ਬ੍ਰਾਹਮਣ ਨੇ ਮਹੂਰਤ ਵੇਖਣਾ ਹੁੰਦਾ ਜੀ ਆਪਣੇ ਹਿਸਾਬ ਨਾਲ। ਹਾਂਜੀ, ਤਿਸ ਕੋ ਸੁਤ ਸਾਧੂ ਬੈਠਾਏ, ਤੇ ਭਾਈ ਸਾਧੇ ਦਾ ਪੁੱਤ ਹੈ ਭਾਈ ਸਾਧੂ, ਉਹਦੇ ਪੁੱਤਰ ਨੂੰ ਬਿਠਾਇਆ ਕਾਢ ਤਿਲਕ ਕੁਲ ਰੀਤ ਕਰਾਈ, ਤੇ ਟਿੱਕਾ ਲਾ ਕੇ ਉਹਦੇ ਅੱਗੇ ਪੈਸੇ ਰੱਖ ਕੇ ਉਹਨੂੰ ਰੋਕ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਪਰ ਮੈਂ ਚਲੋ ਬ੍ਰਾਹਮਣ ਵਾਲੀ ਗੱਲ ਇੱਕ ਬੰਨੇ ਕੱਢ ਦਿਓ, ਤੇ ਇੱਕ ਗੱਲ ਤੇ ਚੰਗੀ ਹੈਗੀ ਵੀ ਖਰਚਿਆਂ ਤੋਂ ਤੇ ਬਚੇ ਹੈ ਨਾ ਜੀ। ਅੱਜ ਰਿੰਗ ਸੈਰਮਨੀ ਕਰਦੇ ਨੇਰ ਮੇਰੇ, ਮੈਂ ਕੀ ਦੱਸਾਂ ਸੰਗਤ ਜੀ ਤੁਹਾਨੂੰ। ਹਾਂਜੀ, ਉਹ ਕਿੰਨੇ ਪੈਸੇ ਇਹਦੇ ਤੇ ਹੀ ਲਾ ਦਿੰਦੇ ਜੀ। ਉਹਨੇ ਤਿਲਕ ਲਾਇਆ, ਪੈਸੇ ਉਹਦੇ ਹੱਥ ਤੇ ਰੱਖੇ ਤੇ ਚੱਲ ਰੋਕਤਾ ਜੀ, ਭਾਵ ਠਾਕਾ ਲੱਗ ਗਿਆ। ਹਾਂਜੀ, ਪੁਨ ਆਕੁਲ ਕੋ ਆਨ ਸੁਨਾਈ, ਫਿਰ ਭਾਈ ਆਕਲ ਨੂੰ ਦੱਸਿਆ ਜੀ, ਆ ਕੇ ਸਾਰੀ ਗੱਲ ਦੱਸੀ। ਪੁਰ ਤੁਕਲਾਣੀ ਮੈਂ ਸ਼ੁਭ ਧਾਮ, ਭਾਈ ਆਕਲ ਤੁਲਕਾਣੀ ਪਿੰਡ ਹੀ ਬੜਾ ਵਧੀਆ ਘਰ ਬਣਿਆ ਜੀ, ਐ ਪੱਕਾ ਕੋਠਾ ਉਹਨਾਂ ਦਾ ਉਸ ਸਮੇਂ ਜੀ, ਬੜਾ ਵਧੀਆ ਘਰ ਬਣਿਆ, ਐਨ ਵਧੀਆ ਘਰ ਹੈ, ਚੰਗੇ ਚਬਾਰੇ ਹੈ। ਹਾਂਜੀ, ਭਲੇ ਜਾਤ ਮੈਂ ਸਾਦਾ ਨਾਮ, ਤੇ ਫਿਰ ਜਾਤ ਵੀ ਤੇਰੇ ਵਾਲੀ ਹੈਗੀ ਹੈ ਵੀ ਤਰਖਾਣ ਹੈ, ਤੇ ਨਾਮ ਹੀ ਉਹਦਾ ਭਾਈ ਸਾਧਾ। ਹਾਂਜੀ, ਤਿਸ ਕੋ ਸੁਤ ਸਾਧੂ ਬਹਿ ਬਾਲਾ, ਤੇ ਉਹਦੇ ਪੁੱਤਰ ਦਾ ਨਾਮ ਹੀ ਸਾਧੂ, ਤੇ ਉਹਦੀ ਉਮਰ ਮੈਨੂੰ ਠੀਕ ਜਾਪੀ। ਹਾਂਜੀ, ਕਰਿਓ ਸੰਬੰਧ ਬਹੁਤ ਥਲ ਭਲ, ਇਸ ਕਰਕੇ ਫਿਰ ਉਹਦੇ ਪੁੱਤਰ ਦਾ ਤੇਰੀ ਬੱਚੀ ਨਾਲ ਮੈਂ ਰਿਸ਼ਤਾ ਜੋੜ ਆਇਆ ਹਾਂ। ਹੁਣ ਤੇ ਬੜੇ ਸੌਖੇ ਕੰਮ ਹੋ ਗਏ, ਮਾਂ ਪਿਓ ਬੱਚਿਆਂ ਨੂੰ ਕਹਿੰਦੇ ਆਪੇ ਹੀ ਲੱਭ ਲਓ ਤੇ ਸਾਨੂੰ ਦੱਸ ਦਿਓ, ਅਸੀਂ ਕਰਾ ਦਾਂਗੇ। ਕਿਉਂ? ਮਾਂ ਪਿਓ ਲੱਭਣ ਤੇ ਪਸੰਦ ਨਹੀਂ ਆਉਂਦੇ ਜੀ। ਸੌਖਾ ਹੀ ਕੰਮ ਮਾਂ ਪਿਓ ਨੇ ਵੀ ਕਰਤਾ, ਕਹਿੰਦੇ ਆਪੇ ਹੀ ਲੱਭ ਲਓ ਆਪੇ। ਕਹਿੰਦੇ ਬ੍ਰਾਹਮਣ ਨੇ ਦੱਸਿਆ ਵੀ ਸਾਧੇ ਦਾ ਪੁੱਤ ਸਾਧੂ, ਉਹਦੇ ਨਾਲ ਰਿਸ਼ਤਾ ਕਰਕੇ ਆਇਆ। ਹਾਂਜੀ, ਸੁਨ ਆਕੁਲ ਨੇ ਬੂਝਨ ਕਰਿਓ, ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਆਖੋ ਕਿ ਵਾਹਿਗੁਰੂ। ਤੇ ਗੁਰੂ ਦੇ ਸਿੱਖ ਨੇ ਸਭ ਤੋਂ ਪਹਿਲਾਂ ਕੀ ਵੇਖਣਾ ਜੀ? ਰਿਸ਼ਤਾ ਜੋੜਨ ਲੱਗਿਆ ਕੀ ਵੇਖਣਾ? ਥੋੜਾ ਜਿਹਾ ਤੁਸੀਂ ਵੀ ਮਹਾਰਾਜ ਦੇ ਸਿੱਖ ਬੈਠੇ ਹੋ, ਕੀ ਵੇਖਣਾ? ਸਿੱਖੀ ਵੇਖਣਾ, ਸਿੱਖੀ ਵੇਖਣੀ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਤੇ ਪੋਥੀ ਵੇਖਣੇ, ਇਹਨਾਂ ਦੱਸਣਾ। ਗੱਜ ਕੇ ਆਖੋ ਇਹ ਮੇਰੇ ਨਾਲ ਦੇ ਆਗੇ ਤੇ ਪੋਥੀ ਖੁੱਲੀ ਹੈ ਜੀ। ਹਾਂਜੀ, ਤੁਹਾਂ ਦੱਸਣਾ ਕੀ ਵੇਖਣਾ ਰਿਸ਼ਤਾ ਕਰਨ ਲੱਗਿਆ? ਸਿੱਖੀ ਵੇਖਣੀ ਹੈ, ਸਿੱਖੀ ਵੇਖਣੀ ਹੈ। ਹਾਂਜੀ, ਸੁਣਦਿਆਂ ਸਾਰੀ ਵੀ ਮੇਰੀ ਬੱਚੀ ਦਾ ਬ੍ਰਾਹਮਣ ਰਿਸ਼ਤਾ ਘਰ ਆਇਆ, ਭਾਈ ਆਕੁਲ ਨੇ ਇਹ ਗੱਲ ਪੁੱਛੀ। ਹਾਂਜੀ, ਗੁਰ ਕੋ ਸਿੱਖ ਕੇ ਨਹੀਂ ਨਿਹਰਿਓ, ਬ੍ਰਾਹਮਣ ਜਿਹਦੇ ਨਾਲ ਰਿਸ਼ਤਾ ਜੋੜ ਕੇ ਆਇਆ ਉਹ ਗੁਰੂ ਦਾ ਸਿੱਖ ਹੈ। ਹਾਂਜੀ, ਵਿਪਰ ਕਰੇ ਮੈਂ ਨਹੀਂ ਵਿਚਾਰਾ, ਬ੍ਰਾਹਮਣ ਕਹਿੰਦਾ ਵੀ ਇਹ ਤੇ ਮੈਂ ਵੇਖਿਆ ਹੀ ਨਹੀਂ, ਇਸ ਗੱਲ ਦੀ ਤੇ ਮੈਂ ਵਿਚਾਰ ਹੀ ਨਹੀਂ ਕੀਤੀ ਵੀ ਉਹ ਸਿੱਖ ਹੈ ਕਿ ਕੌਣ ਹੈ। ਹਾਂਜੀ, ਨੀਕੋ ਏਕ ਨਕੇਤ ਨਿਹਾਰਾ, ਬਸ ਮੈਂ ਤੇ ਘਰ ਬਾਹਰ ਚੰਗਾ ਵੇਖ ਆਇਆ, ਘਰ ਬਾਹਰ ਬੜਾ ਵਧੀਆ ਬਣਿਆ, ਜ਼ਮੀਨ ਵੀ ਹੈਗੀ, ਸਭ ਕੁਝ ਹੈਗਾ, ਮੈਂ ਤੇ ਇਹੋ ਹੀ ਕੁਝ ਵੇਖ ਕੇ ਆਇਆ। ਹਾਂਜੀ, ਪਛਤਾਇਓ ਬਸ ਚਲਿਓ ਨਾ ਫੇਰ, ਬਸ ਫਿਰ ਕੀ ਸੀ? ਭਾਈ ਆਕੁਲ ਜੀ ਬੜਾ ਪਛਤਾਏ ਵੀ ਮੈਂ ਗਲਤੀ ਕੀਤੀ, ਇਹਨੂੰ ਕਹਿਣਾ ਚਾਹੀਦਾ ਵੀ ਸਿੱਖ ਘਰ ਰਿਸ਼ਤਾ ਜੋੜਨਾ। ਹੁਣ ਪਤਾ ਨਹੀਂ ਉਹ ਸਿੱਖ ਹੈਗੇ ਕਿ ਨਹੀਂ ਹੈਗੇ, ਉਹ ਕਿਹਨੂੰ ਮੰਨਦੇ ਆ। ਹਾਂਜੀ, ਬੀਤੇ ਕਿਤਕ ਬਰਖ ਪੁਨਹੇਰ, ਬਸ ਫਿਰ ਕੀ ਸੀ? ਭਾਈ ਆਕੁਲ ਦਾ ਵਸ ਨਾ ਚੱਲਿਆ, ਪਛਤਾਇਆ ਬਹੁਤ ਪਰ ਨਾ ਨਹੀਂ ਸੀ ਕਰ ਸਕਦਾ ਜੀ,
ਨਾ ਨਹੀਂ ਸੀ ਕਰ ਸਕਦਾ। ਉਦੋਂ ਬੰਦੇ ਦੀ ਜ਼ਬਾਨ ਦਾ ਮੁੱਲ ਹੁੰਦਾ ਸੀਗਾ ਜੀ, ਜਿਹਨੇ ਗੱਲ ਕਰਤੀ ਜੀ, ਵਸ ਨਹੀਂ ਚੱਲਿਆ ਜੀ। ਕਈ ਸਾਲ ਲੰਘ ਗਏ। ਹਾਂਜੀ। ਗੁਰ ਕੋ ਰਹਿਓ ਆਰਾਧਿਤ ਸਦਾ। ਭਾਈ ਆਕੁਲ ਜੀ ਸਦਾ ਹੀ ਮਹਾਰਾਜ ਨੂੰ ਚੇਤੇ ਕਰਦੇ ਰਹਿੰਦੇ, ਗੁਰੂ ਸਾਹਿਬ ਜੀ ਨੂੰ ਚੇਤੇ ਕਰਦੇ ਰਹਿੰਦੇ ਜੀ। ਕਰੋ ਸੰਬੰਧੀ ਸਿੱਖ ਜਦ ਕਦਾ। ਤੇ ਅਰਦਾਸ ਇਹ ਵੀ ਕਰਦੇ ਹੁੰਦੇ ਸੀ, ਸੱਚੇ ਪਾਤਸ਼ਾਹ ਮੇਰੇ ਸੰਬੰਧੀ ਜਿਹੜੇ ਆ ਨਾ, ਸਾਡੇ ਕੁੜਮਾਂ ਵਾਲਾ ਪਰਿਵਾਰ ਜਿਹੜਾ ਹੈ, ਸਾਡੇ ਸੰਬੰਧੀ ਸਿੱਖ ਹੀ ਹੋਣ, ਇਹ ਕਿਰਪਾ ਕਰਿਓ। ਹਾਂਜੀ। ਇਮ ਆਕੁਲ ਚਿੰਤਾ ਬਸ ਹੋਵਾ। ਤੇ ਫਿਰ ਇਹ ਵੀ ਅਰਦਾਸ ਕਰਨੀ ਵੀ ਜੇ ਨਹੀਂ ਸਿੱਖ ਹੈਗੇ ਤਾਂ ਤੁਸੀਂ ਬਣਾ ਦਿਓ। ਪਰ ਚਿੰਤਾ ਬੜੀ ਰਹਿੰਦੀ ਹੁੰਦੀ ਸੀਗੀ ਜੀ, ਚਿੰਤਾ ਰਹਿੰਦੀ ਹੁੰਦੀ ਸੀ। ਤੇ ਸੱਚੀ ਗੱਲ ਇਹ ਹੈ ਕਿ ਜਿਹਦੇ ਨਾਲ ਰਿਸ਼ਤਾ ਕੀਤਾ ਉਹ ਸਰਵਰੀਏ ਸਨ ਜੀ। ਤੇ ਸਰਵਰੀਆਂ ਦੇ ਨਾਲ ਗੁਰੂ ਦੇ ਸਿੱਖਾਂ ਦਾ ਦੂਰ ਤੱਕ ਨਾਤਾ ਨਹੀਂ ਹੈਗਾ ਜੀ। ਸਰਵਰੀਏ ਨਾ ਹਿੰਦੂ ਨਾ ਮੁਸਲਮਾਨ ਨਾ ਸਿੱਖ ਜੀ, ਇਹ ਵੱਖਰਾ ਹੀ ਕਿਸਮ ਹੈਗਾ ਜੀ ਇੱਕ ਜੀ। ਹਾਂਜੀ। ਸਮੇਂ ਸੋ ਵਿਆਹ ਕਰਨ ਕੋ ਜੋਵਾ। ਹੁਣ ਵਿਆਹ ਦਾ ਸਮਾਂ ਆ ਗਿਆ ਜੀ। ਹਾਂਜੀ। ਲਿਖ ਕਰ ਪਾਤੀ ਦਈ ਪਠਾਏ। ਤੇ ਫਿਰ ਚਿੱਠੀ ਲਿਖ ਕੇ ਭੇਜੀ ਵੀ ਆਓ ਬਰਾਤ ਲੈ ਕੇ। ਹਾਂਜੀ। ਇੱਕ ਸਾਦੇ ਆਨੰਦ ਉਪਜਾਏ। ਭਾਈ ਸਾਦੇ ਦੇ ਮਨ 'ਚ ਬੜਾ ਚਾਅ ਵੀ ਵਿਆਹ ਹੈ, ਖੁਸ਼ੀਆਂ ਮਨਾਈਏ। ਹਾਂਜੀ। ਸੇਵਕ ਸਰਵਰ ਕੋ ਨਿਤ ਸੋਈ। ਪਰ ਉਹ ਸਰਵਰੀਆਂ ਦਾ ਸੇਵਕ ਸੀਗਾ ਜੀ। ਹਾਂਜੀ। ਸਦਨ ਮੁਕਾਮ ਕਰਿਓ ਰਤ ਹੋਈ। ਤੇ ਸਾਧ ਸੰਗਤ ਜੀ ਆਪਣੇ ਘਰ ਵਿੱਚ ਵੀ ਉਹਨੇ ਸਰਵਰੀਆਂ ਦਾ ਮੁਕਾਮ ਆਸਣ ਲਾਇਆ ਸੀ, ਦੀਵੇ ਜਗਾਉਂਦਾ ਹੁੰਦਾ ਸੀਗਾ ਜੀ। ਆਪਣੇ ਘਰ ਵਿੱਚ ਵੀ ਜੀ ਪੱਕਾ ਹੀ ਸੀਗਾ ਜੀ ਉਹਦਾ, ਉਹਨੇ ਤੇਲ ਪਾਉਣਾ, ਦੀਵੇ ਬਾਲਣੇ ਜੀ। ਹਾਂਜੀ। ਸਾਧੂ ਸੁਤ ਕੋ ਮਾਥ ਟਿਕਾਵਾ। ਤੇ ਆਪਣੇ ਘਰ ਵਿੱਚ ਸਾਰਿਆਂ ਨੂੰ ਉਹਨੇ ਕਿਹਾ ਸੀ ਵੀ ਮੱਥਾ ਟੇਕਣਾ ਜੀ। ਬਰਾਤ ਲੈ ਕੇ ਤੁਰਿਆ ਤੇ ਤੁਰਨ ਲੱਗਿਆ ਪੁੱਤ ਨੂੰ ਮੱਥਾ ਟਿਕਾਇਆ ਜੀ ਉਹਨੇ। ਹਾਂਜੀ। ਕਰਿਓ ਰੋਟ ਸਭ ਰੀਤ ਮਨਾਵਾ। ਫਿਰ ਰੋਟ ਚੜਾਉਂਦੇ, ਰੋਟ ਦੀਏ ਰੋਟ ਚੜਾਏ, ਚਿਰਾਗ ਜਗਾਏ, ਅਰਦਾਸਾਂ ਕੀਤੀਆਂ ਉਹਨਾਂ ਅੱਗੇ। ਹਾਂਜੀ। ਵੱਡੇ ਗ੍ਰਹਿ ਵਿਆਹਨ ਪੁਨ ਗਇਓ। ਤੇ ਵੱਡੇ ਪਿੰਡ ਵਿੱਚ ਫਿਰ ਵਿਆਹਣ ਵਾਸਤੇ ਬਰਾਤ ਲੈ ਕੇ ਗਏ ਜੀ। ਹਾਂਜੀ। ਜਾਏ ਟੁਕਾਓ ਭਲੀ ਵਿਦ ਕਿਓ। ਬਰਾਤ ਨਾਲ ਟਿਕਾਓ ਹੋਇਆ ਜੀ। ਹਾਂਜੀ। ਆਕੁਲ ਸਾਦੇ ਮਿਲਣੀ ਕੀਨ। ਭਾਈ ਆਕੁਲ ਤੇ ਭਾਈ ਸਾਦੇ ਦੀ ਮਿਲਣੀ ਹੋਈ, ਪਰ ਭਾਈ ਆਕੁਲ ਨੂੰ ਪਤਾ ਲੱਗ ਗਿਆ ਵੀ ਇਹ ਗੁਰੂ ਦਾ ਸਿੱਖ ਨਹੀਂ ਹੈਗਾ। ਜੋ ਭਾਈ ਆਕੁਲ ਦੇ ਮਨ ਉੱਤੇ ਬੀਤਿਆ ਨਾ ਜੀ, ਉਹ ਭਾਈ ਆਕੁਲ ਜੀ ਜਾਣਦੇ ਆ। ਕਿਉਂ? ਭਾਈ ਆਕੁਲ ਜੀ ਨਿਤਨੇਮੀ ਗੁਰਸਿੱਖ, ਦਾਨ ਪੁੰਨ ਕਰਨ ਵਾਲੇ, ਪਿਆਰ ਨਾਲ ਗੁਰੂ ਦੀ ਬਾਣੀ ਪੜ੍ਹਨ ਵਾਲੇ, ਦੂਜਿਆਂ ਨੂੰ ਗੁਰੂ ਦੀਆਂ ਬਾਤਾਂ ਸੁਣਾਉਣ ਵਾਲੇ। ਬੜੀ ਵੱਡੀ ਗਲਤੀ ਹੋ ਗਈ, ਆਪਣੀ ਧੀ ਸਰਵਰੀਆਂ ਦੇ ਘਰ ਤੋਰਨੀ ਪੈ ਗਈ ਜੀ। ਆਪਣੀ ਧੀ ਜੀ, ਜਿਹੜੇ ਦੂਜਿਆਂ ਨੂੰ ਕਹਿੰਦੇ ਸੀ। ਭਾਈ ਆਕੁਲ ਜੀ ਵਿਆਹ 'ਚ ਤੁਰੇ ਤੇ ਫਿਰਨ, ਪਰ ਸਮਝੋ ਵੀ ਪੱਥਰ ਦੀ ਮੂਰਤੀ ਤੁਰੀ ਫਿਰਦੀ ਸੀਗੀ ਜੀ। ਬੜਾ ਦੁੱਖ ਹੋਵੇ ਮਨ ਨੂੰ। ਹਾਂਜੀ। ਜਥਾ ਸ਼ਕਤ ਦੇ ਕੀਰਤ ਲੀਨ। ਪਦਾਰਥ ਵੀ ਦਿੱਤੇ, ਆਈ ਬਰਾਤ ਦਾ ਸਵਾਗਤ ਕੀਤਾ, ਪਰ ਭਾਈ ਆਕੁਲ ਦੁਖੀ ਬਹੁਤ ਹੈ ਜੀ। ਹਾਂਜੀ। ਸਾਧੂ ਕੋ ਦੀਨੇ ਤਬ ਫੇਰੇ। ਫਿਰ ਫੇਰੇ ਵੀ ਹੋਏ ਜੀ। ਹਾਂਜੀ। ਜਥਾ ਜੋਗ ਕਰ ਰੀਤ ਭਲੇਰੇ। ਜੋ ਰੀਤ ਸੀਗੀ ਉਹ ਸਾਰੀ ਕੀਤੀ ਜੀ। ਹਾਂਜੀ। ਪੁਨ ਆਕੁਲ ਨੇ ਭਲੇ ਪਛਾਨੇ। ਬਾਹ ਭਾਈ ਆਕੁਲ ਨੂੰ ਪੱਕੀ ਮੋਹਰ ਲੱਗ ਗਈ, ਪਛਾਣ ਹੋ ਗਈ ਜੀ ਇਸ ਗੱਲ ਦੀ। ਇਹ ਸਰਵਰ ਕੀ ਸੇਵਾ ਠਾਨੇ। ਇਹ ਤੇ ਸਰਵਰਗੇ ਨੇ, ਮੇਰੇ ਨਾਲ ਦੇ ਨਹੀਂ ਹੈਗੇ। ਚੇਤਾ ਰੱਖਿਓ, ਮਿੱਤਰਤਾ ਰਿਸ਼ਤੇਦਾਰੀ ਕਿੱਥੇ ਨਿਭਦੀ ਹੈ? ਆਸਾ, ਵਾਹਿਗੁਰੂ ਆਸ਼ਾ, ਇਸ਼ਟ ਉਪਾਸ਼ਨਾ, ਖਾਨ ਪਾਨ ਪਹਿਚਾਨ, ਵਾਹਿਗੁਰੂ ਖਾਨ ਪਾਨ ਪਹਿਰਾਨ, ਖਟ ਲਖਣ ਪ੍ਰਗਟੇ ਜਹਾਂ ਵਹੀ ਮਿੱਤਰਤਾ ਜਾਨ। ਆਸ਼ਾ
ਮਨੋਰਥ ਇੱਕ ਹੋਵੇ ਜੀ। ਅਸੀਂ ਮਿੱਤਰ ਹੈਗੇ ਹਾਂ, ਸਾਡਾ ਮਨੋਰਥ ਇੱਕ ਹੋਏ ਜੀ। ਜੇ ਮਨੋਰਥ ਇੱਕ ਹੈ ਤਾਂ ਇਸ਼ਟ ਵੀ ਇੱਕ ਹੋਵੇ, ਗੁਰੂ ਵੀ ਇੱਕ ਹੋਵੇ ਜੀ। ਹਾਂਜੀ, ਤੇ ਜੇ ਗੁਰੂ ਇੱਕ ਹੈ ਤੇ ਪੂਜਾ ਕਰਨ ਦਾ ਤਰੀਕਾ ਵੀ ਇੱਕ ਹੋਵੇ ਜੀ। ਮਤਲਬ ਰੱਬ ਨੂੰ ਮਿਲਣਾ ਜੀ। ਗੁਰੂ ਗ੍ਰੰਥ ਸਾਹਿਬ ਗੁਰੂ ਹੈ ਤੇ ਨਿਤਨੇਮ ਵੀ ਇੱਕੋ ਜਿਹਾ ਹੋਣਾ ਚਾਹੀਦਾ ਜੀ। ਤਿੰਨ ਚੀਜ਼ਾਂ ਅਧਿਆਤਮ ਤੇ ਤਿੰਨ ਹੀ ਸੰਸਾਰੀ। ਖਾਣ ਪਾਣ ਪਹਿਰਾਨ, ਖਾਣ ਪੀਣ ਦਾ ਤਰੀਕਾ ਇੱਕ ਹੋਵੇ ਜੀ। ਹੁਣ ਤੁਸੀਂ ਵੈਸ਼ਨੋ ਹੋਵੋ ਤੇ ਦੂਜੇ ਕਹਿਣ ਵੀ ਜੇ ਸੂਰ ਹੀ ਮਿਲਦਾ ਤੇ ਸੂਰ ਹੀ ਵੱਢ ਦੋ, ਉਹੋ ਹੀ ਖਾ ਲੈਂਦੇ ਆ, ਤੇ ਮਿੱਤਰਤਾ ਨਹੀਂ ਨਿਭਣੀ ਜੀ। ਤੁਸੀਂ ਕਹੋ ਵੀ ਅਸੀਂ ਤੇ ਭਾਈ ਸ਼ਰਬਤ ਪੀਣ ਵਾਲੇ ਬੰਦੇ ਹੈਗੇ ਆ, ਉਹ ਕਹਿਣ ਵੀ ਸ਼ਰਾਬ ਤੋਂ ਬਗੈਰ ਰੋਟੀ ਖਾਣੀ ਨਹੀਂ ਜੀ, ਉਹ ਸ਼ਰਾਬੀ ਹੋਣ ਜੀ, ਤਾਂ ਵੀ ਮਿੱਤਰਤਾ ਨਹੀਂ ਲੱਭਣੀ। ਤੇ ਜੇ ਪਾਉਣ ਦਾ ਤਰੀਕਾ ਨਹੀਂ ਨਾ ਇੱਕ ਹੈਗਾ, ਕੱਪੜਿਆਂ ਦਾ ਤਰੀਕਾ ਇੱਕ ਨਹੀਂ ਹੈਗਾ, ਤਾਂ ਵੀ ਮਿੱਤਰਤਾ ਨਹੀਂ ਨਿਭਦੀ ਜੀ। ਆਸ਼ਾ, ਇਸ਼ਟ, ਉਪਾਸਨਾ, ਖਾਨ ਪਾਨ ਪਹਿਰਾਨ, ਖਟ ਲੱਖਣ ਪ੍ਰਗਟੇ ਜਹਾਂ, ਜਿੱਥੇ ਛੇ ਲੱਛਣ ਇੱਕੋ ਜਿੱਕੇ ਹੋਣ, ਵਹੀ ਮਿੱਤਰਤਾ ਜਾਨ। ਉੱਥੇ ਹੀ ਅਸਲੀ ਮਿੱਤਰਤਾ ਹੈ। ਗੱਜ ਕੇ ਆਖੋ ਵਾਹਿਗੁਰੂ। ਹੁਣ ਉਧਰ ਆਸ਼ਾ ਇੱਕ ਨਹੀਂ ਹੈਗਾ ਜੀ। ਗੁਰੂ ਦੇ ਸਿੱਖਾਂ ਦਾ ਮਨੋਰਥ ਪ੍ਰਭੂ ਦੀ ਪ੍ਰਾਪਤੀ, ਆਸ਼ਾ ਇੱਕ ਨਹੀਂ ਹੈਗਾ। ਇਸ਼ਟ ਵੀ ਇੱਕ ਨਹੀਂ ਹੈ, ਉਹਨਾਂ ਦਾ ਸਰਵਰੀਆ ਗੁਰੂ ਹੈ। ਇੱਧਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜੀ। ਉਪਾਸਨਾ ਵੀ ਇੱਕ ਨਹੀਂ ਹੈਗੀ ਜੀ। ਉਹਨਾਂ ਚਿਰਾਗ ਜਗਾਉਣੇ ਆ, ਰੋਟ ਬਣਾਉਣੇ ਆ, ਇਹਨਾਂ ਕੜਾਹ ਪ੍ਰਸ਼ਾਦ ਬਣਾਉਣਾ, ਬਾਣੀ ਪੜ੍ਹਨੀ ਹੈ ਜੀ। ਭਾਈ ਆਕੁਲ ਜੀ ਆਪਣੇ ਮਨ ਵਿੱਚ ਬਹੁਤ ਪਛਤਾਏ ਜੀ। ਹਾਂਜੀ, ਆਪਨ ਸੁਤਾ ਕੋ ਸਕਲ ਬਖਾਨੀ, ਤੇ ਫਿਰ ਆਪਣੀ ਧੀ ਦੇ ਕੋਲ ਗਏ ਦੁਖੀ ਹੋਏ ਜੀ। ਜਾ ਕੇ ਧੀ ਕੋਲੋਂ ਮਾਫੀ ਮੰਗੀ, ਧੀਏ ਮੈਨੂੰ ਮਾਫ ਕਰ ਦੇ, ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋ ਗਈ ਹੈ। ਹਾਂਜੀ, ਤਵ ਸਸੁਰਾਰ ਹੈ ਸੁਲਤਾਨੀ, ਮੈਂ ਬਚਪਨ ਤੋਂ ਤੈਨੂੰ ਬਾਣੀ ਪੜ੍ਹਨੀ ਸਿਖਾਈ ਹੈ, ਪਰ ਜਿਸ ਘਰ ਵਿੱਚ ਤੈਨੂੰ ਵਿਆਹ ਦਿੱਤਾ ਹੈ ਨਾ, ਉਸ ਘਰ ਦੇ ਲੋਕ ਸਖੀ ਸਰਵਰ ਨੂੰ ਮੰਨਦੇ ਆ, ਉਹਦੇ ਚੇਲੇ ਆ। ਹਾਂਜੀ, ਤੈ ਨਹਿ ਮਾਨਹੁ ਕਹੈ ਕਦਾਈ, ਪਰ ਪੁੱਤ ਤੈਨੂੰ ਲੱਖਾਂ ਵਾਰ ਕਹਿਣ ਤੂੰ ਗੁਰੂ ਦੀ ਧੀ ਹੈ, ਤੂੰ ਨਹੀਂ ਮੱਥਾ ਟੇਕਣਾ। ਅੱਜ ਕੇ ਆਖੋ ਵਾਹਿਗੁਰੂ। ਨਾਲ ਇਹ ਵੀ ਗੱਲ ਕਹਿ ਦਿੱਤੀ ਜੀ। ਹੁਣ ਸਿੱਖੀ ਨੂੰ ਗਲਤੀ ਹੋ ਗਈ, ਪਰ ਭਾਈ ਆਕੁਲ ਨੇ ਇਹ ਨਹੀਂ ਕਿਹਾ ਵੀ ਤੂੰ ਕੋਈ ਨਹੀਂ ਮੱਥਾ ਟੇਕ ਲਿਆ ਕਰੀ ਜਾ ਕੇ, ਇਹ ਨਹੀਂ ਕਿਹਾ। ਭਾਈ ਆਕੁਲ ਨੇ ਇਹ ਕਿਹਾ, ਮੇਰੀ ਲਾਲ, ਮੇਰੀ ਬੱਚੀ, ਉੱਥੇ ਮੱਥਾ ਨਹੀਂ ਟੇਕਣਾ ਤੂੰ। ਹਾਂਜੀ, ਸਤਿਗੁਰ ਕੋ ਮਨਹੁ ਮਨ ਲਾਈ, ਮਨ ਲਾ ਕੇ ਗੁਰੂ ਨੂੰ ਹੀ ਮੰਨਣਾ ਹੈ। ਆਪਣੇ ਸਹੁਰੇ ਪਰਿਵਾਰ 'ਚ ਜਾ ਕੇ ਬਾਣੀ ਪੜ੍ਹਨੀ ਹੈ। ਹਾਂਜੀ, ਭਈ ਦੁਖ ਦਬੋ ਆਕੁਲ ਤਨਿਆ, ਭਾਈ ਆਕੁਲ ਦੀ ਤੇ ਬੜੀ ਆਤਰ ਹੋ ਗਈ ਜੀ। ਜਦੋਂ ਉਹਨੇ ਸੁਣਿਆ ਪਿਆਰਿਓ ਉਹਦੇ ਲਈ ਤਾਂ ਧਰਤੀ ਪਾਟ ਗਈ ਜੀ। ਅੱਛਾ, ਉੱਥੇ ਮੇਰਾ ਵਿਆਹ ਹੋ ਗਿਆ ਜਿੱਥੇ ਬਾਣੀ ਨਹੀਂ ਪੜ੍ਹਨ ਦੇਣੀ। ਹਾਂਜੀ, ਹਿਰਦੈ ਬਸੂਰਤ ਸਿਰ ਕੋ ਧੁਨਿਆ, ਬਸ ਬੜਾ ਮੁਰਝਾ ਗਿਆ ਚਿਹਰਾ, ਹਿਰਦਾ ਵੀ ਮੁਰਝਾ ਗਿਆ, ਮਨ 'ਚ ਬੜਾ ਝੂਰਦੀ ਹੈ, ਸਿਰ ਕੰਧਾਂ ਨੂੰ ਮਾਰਨ ਨੂੰ ਤਿਆਰ ਹੋ ਗਈ ਜੀ। ਇਹ ਮੇਰੇ ਨਾਲ ਕੀ ਹੋ ਗਿਆ? ਬਾਣੀ ਪੜ੍ਹਨ ਵਾਲੀ ਸੀਗੀ ਜੀ ਉਹ। ਹਾਂਜੀ, ਨਹਿ ਬਸ ਚਲੇ ਸਹਿਓ ਦੁਖ ਔਰ ਮੈਂ, ਵਸ ਨਹੀਂ ਸੀ ਚੱਲਦਾ ਵੀ ਇਹ ਮੇਰੇ ਨਾਲ ਕੀ ਹੋ ਗਿਆ, ਪਰ ਉਹਨੇ ਇਹ ਦੁੱਖ ਸਹਿ ਲਿਆ ਜੀ ਮਨ ਵਿੱਚ। ਕਈ ਵਾਰੀ ਧੀਆਂ ਨਾਲ ਇਸ ਤਰ੍ਹਾਂ ਹੋ ਜਾਂਦਾ ਜੀ। ਗੁਰੂ ਮਿਹਰ ਕਰੇ ਸਾਰਿਆਂ ਦੀਆਂ ਧੀਆਂ ਸਹੁਰੇ ਘਰਾਂ 'ਚ ਸੁਖੀ ਵਸਣ ਜੀ, ਸਾਰੇ ਸੰਸਾਰ ਦੀਆਂ ਧੀਆਂ ਸੁਖੀ ਵਸਣ ਜੀ, ਪਰ ਮਾਂ ਪਿਓ ਵਾਸਤੇ ਬੜਾ ਔਖਾ ਹੋ ਜਾਂਦਾ ਜੀ। ਪਰ ਇਹ ਸਿਆਣੀ ਧੀ ਹੈ, ਬਾਣੀ ਪੜ੍ਹਦੀ ਹੈ, ਨਾ ਜਰਨ ਵਾਲੀ ਗੱਲ ਵੀ ਇਹਨੇ ਜਰ ਲਈ ਜੀ। ਹਾਂਜੀ, ਮੈਂ ਸਿੱਖ ਸੁਤਾ ਸਰਵਰੀ ਘਰ ਮੈਂ ਸਿੱਖ ਦੀ ਧੀ ਤੇ ਸਰਵਰੀਆਂ ਦੇ ਘਰ 'ਚ, ਹੁਣ ਮੇਰਾ ਗੁਜ਼ਾਰਾ ਕਿਵੇਂ ਹੋਏਗਾ?
ਬੜੀ ਮਨ 'ਚ ਚਿੰਤਾ ਆ ਗਈ ਜੀ। ਹਾਂਜੀ, ਕਰੀ ਵਿਸਰਜਨ ਰੁਦਤ ਵਿਸਾਲਾ। ਲਓ ਜੀ, ਵਿਦਾ ਕੀਤੀ ਜੀ ਧੀ। ਭਾਈ ਆਕੁਲ ਜੀ ਵੀ ਰੋ ਰਹੇ ਆ ਤੇ ਧੀ ਵੀ ਰੋਣ ਦਈ ਹੈ। ਧੀ ਦੇ ਵਿਛੋੜੇ ਦਾ ਰੋਣਾ ਨਹੀਂ ਹੈਗਾ, ਬਾਪ ਦੇ ਵਿਛੋੜੇ ਦਾ ਰੋਣਾ ਨਹੀਂ ਹੈਗਾ। ਗੱਲ ਤੇ ਹੈ ਵੀ ਜਿੱਥੇ ਧੀ ਵਿਆਹੀ ਗਈ ਹੈ ਉੱਥੇ ਗੁਰੂ ਦੀ ਸਿੱਖੀ ਨਹੀਂ ਹੈਗੀ ਜੀ। ਮੇਰੀ ਬੇਨਤੀ ਹੈ, ਭਾਈ ਆਕੁਲ ਨੇ ਤੇ ਗਲਤੀ ਕੀਤੀ, ਪਰ ਤੁਸੀਂ ਨਾ ਕਰਿਓ ਕਿਤੇ। ਬੜੇ ਦੂਰ ਦੂਰ ਤੱਕ ਕਥਾ ਜਾ ਰਹੀ ਹੈ। ਜਦੋਂ ਵਿਆਹ ਕਰੋ ਸਿੱਖੀ ਵੇਖ ਕੇ ਕਰੋ ਜੀ। ਪਰ ਸਿੱਖੀ ਵਿੱਚ ਵੀ ਬੜੇ ਬੜੇ ਪਖੰਡੀ ਹੈ। ਕਹਿੰਦੇ ਹੈਗੇ ਅਸੀਂ ਸਿੱਖ ਹਾਂ, ਕਈ ਵਾਰੀ ਦਾੜੀਆਂ ਵਾਲੇ ਪੱਗਾਂ ਵਾਲੇ ਵੀ ਬੜੇ ਤੰਗ ਕਰ ਦਿੰਦੇ। ਕੇਵਲ ਸਿੱਖੀ ਨਹੀਂ ਵੇਖਣੀ, ਗੁਰਸਿੱਖੀ ਵੇਖਣੀ ਹੈ ਵੀ ਇਹ ਗੁਰੂ ਦੇ ਆਸ਼ੇ ਅਨੁਸਾਰ ਕਿੰਨਾ ਕੁ ਚੱਲਦੇ ਹੈ। ਇੱਕ ਬੱਚੀ ਨੇ ਦਸਤਾਰ ਸਜਾਈ ਤੇ ਕੀਰਤਨੀਏ ਨਾਲ ਵਿਆਹ ਹੋ ਗਿਆ ਉਹਦਾ, ਕੀਰਤਨੀਏ ਨਾਲ। ਉਹ ਬੜੀ ਖੁਸ਼ ਕਿ ਮੇਰਾ ਵਿਆਹ ਗੁਰੂ ਦੇ ਕੀਰਤਨੀਏ ਦੇ ਨਾਲ ਹੋਇਆ। 4-5 ਦਿਨ ਤੇ ਉਹਦਾ ਘਰ ਵਾਲਾ ਕੀਰਤਨੀਆ ਨਿਤਨੇਮ ਕਰਦਾ ਰਿਹਾ। ਹੁਣ ਬੱਚੀ ਦਾ ਨੇਮ ਸੀ, 5 ਬਾਣੀਆਂ ਤੋਂ ਬਗੈਰ ਉਹ ਜਲ ਪਾਣੀ ਨਹੀਂ ਸੀ ਛਕਦੀ ਜੀ। ਹਾਂਜੀ, ਤੇ ਜਿਹੜਾ ਬਣਿਆ ਸੀ ਨਾ ਵੱਡਾ ਕੀਰਤਨੀਆ, 5ਵੇਂ-6ਵੇਂ ਦਿਨ ਹੀ ਉਹ ਬੈੱਡ ਤੇ ਕਹਿੰਦਾ ਮੇਰੇ ਲਈ ਚਾਹ ਆਵੇ। ਉਹ ਕਹਿੰਦੀ ਇਸ਼ਨਾਨ ਕਰੋ, ਬਾਣੀ ਪੜੋ, ਫਿਰ ਪੀ ਲਿਓ। ਉਹ ਕਹਿੰਦਾ ਸਾਡਾ ਨਿਤਨੇਮ ਇਸ਼ਨਾਨ ਹੋਇਆ ਹੀ ਹੈ, ਮੈਨੂੰ ਨਹੀਂ ਲੋੜ ਹੈਗੀ। ਤੇ ਫਿਰ ਹੋਰ ਹੀ ਰੂਪ ਵਿਖਣ ਲੱਗ ਪਏ ਜੀ, ਹੋਰ ਹੀ ਰੂਪ ਵਿਖਣ ਲੱਗ ਪਏ। ਅਖੀਰ ਛੁੱਡ ਛੁਡਾ ਹੋ ਗਿਆ ਜੀ। ਕੱਟ ਕੇ ਆਖੋ ਵਾਹਿਗੁਰੂ। ਗੁਰਸਿੱਖੀ ਵੇਖਿਆ ਕਰੋ। ਇਹ ਬੜਾ ਸੰਗਤ ਜੀ, ਇਹ ਗੁਰੂ ਦੇ ਆਸਰੇ ਹੀ ਵਿਆਹ ਕੀਤੇ ਜਾਂਦੇ, ਗੁਰੂ ਦੇ ਆਸਰੇ ਹੀ। ਇਹ ਬਹੁਤ ਕ੍ਰਿਟੀਕਲ ਸਿਚੁਏਸ਼ਨ ਬਣ ਜਾਂਦੀ ਜੀ। ਭਾਈ ਆਕੁਲ ਨੇ ਆਪਣੀ ਧੀ ਤੋਰੀ ਜੀ। ਹਾਂਜੀ, ਪੁੱਤਰ ਸਨੂਖਾ ਲੈ ਤਬ ਚਾਲਾ। ਉਧਰੋਂ ਭਾਈ ਸਾਧਾ ਆਪਣੇ ਪੁੱਤ ਨੂੰ, ਨੂੰਹ ਨੂੰ ਲੈ ਕੇ ਪਿੰਡ ਨੂੰ ਤੁਰ ਪਿਆ ਜੀ, ਤੁਕਲਾਣੀ ਪਿੰਡ। ਗੁਰੂ ਡਰੋਲੀ ਪੂਰਬ ਆਏ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਪਹਿਲਾਂ ਡਰੋਲੀ ਵਿੱਚ ਪਹਿਲਾਂ ਹੀ ਬੈਠੇ ਸੀਗੇ ਜੀ। ਹਾਂਜੀ, ਉਤਰੇ ਹੁਤੇ 10 ਬਿਦਤਾਏ। ਸਾਰੇ ਪਾਸੇ ਇਹ ਗੱਲ ਪ੍ਰਸਿੱਧ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਡਰੋਲੀ ਉਤਰੇ ਹੋਏ ਹਨ। ਤੁਕਲਾਣੀ ਕੇ ਮਗ ਮੈਂ ਡੇਰਾ। ਤੇ ਕਮਾਲ ਦੀ ਗੱਲ ਇਹ ਹੈ, ਵੱਡੇ ਪਿੰਡ ਤੋਂ, ਵੱਡੇ ਘਰ ਪਿੰਡ ਤੋਂ ਤੁਕਲਾਣੀ ਜਾਣਾ, ਬਿਲਕੁਲ ਮੱਧ ਦੇ ਵਿੱਚ, ਵਿਚਕਾਰ ਸੈਂਟਰ 'ਚ ਸਾਧ ਸੰਗਤ ਦੀ ਡਰੋਲੀ ਆਉਂਦੀ ਸੀ। ਗੱਜ ਕੇ ਆਖੋ ਹਾਂਜੀ। ਭਜਨ ਕੀਰਤਨ ਹੋਤ ਕਨੇਰਾ। ਹੁਣ ਉੱਥੇ ਬੜਾ ਭਜਨ ਹੁੰਦਾ ਜੀ, ਕੀਰਤਨ ਹੁੰਦਾ, ਕਥਾ ਹੁੰਦੀ, ਸਤਸੰਗ ਹੁੰਦਾ ਜੀ। ਵੱਡੇ ਘਰ ਸੋ ਗ੍ਰਾਮ ਤੇ ਚਾਲੇ। ਦਿਨ ਮੈਂ ਪਰ ਹੀ ਕਾਮ ਵਿਸਾਲੇ। ਜਾਂ ਤੇ ਵੱਡੀ ਰੈਣ ਤੇ ਪਿਆਨਾ। ਤੇ ਫਿਰ ਪਤਾ ਕੀ ਕੀਤਾ ਜੀ, ਉਹਨਾਂ ਨੇ ਰਾਤ ਨੂੰ ਹੀ ਚਾਲਾ ਪਾਤਾ ਜੀ। ਰਾਤ ਨੂੰ ਚਾਲਾ ਪਾਇਆ। ਭਾਈ ਸਾਧੇ ਨੇ ਬਰਾਤ ਲੈ ਕੇ ਵੀ ਦਿਨੇ ਗਰਮੀ ਬਹੁਤ ਹੈ, ਆਪਾਂ ਰਾਤ ਨੂੰ ਚਾਲਾ ਪਾਉਂਦੇ ਹਾਂ। ਰਾਤੀ ਚਾਲਾ ਪਾ ਦਿੱਤਾ ਜੀ ਉਹਨਾਂ। ਬਰਾਤ ਲੈ ਕੇ ਵਾਪਸ ਤੁਰ ਪਏ ਜੀ। ਅਰਨਾਉਂਦੇ ਪਹੁੰਚੇ ਗੁਰਥਾਨਾ। ਤੇ ਪੌ ਫੁਟਾਲੇ ਤੱਕ, ਪੌ ਫੁੱਟਣ ਤੱਕ ਉਹ ਡਰੌਲੀ ਪਹੁੰਚ ਗਏ ਜੀ। ਹਾਂਜੀ, ਸਾਦਾ ਸਹਿਤ ਬਰਾਤ ਅਗਾਰੀ। ਭਾਈ ਸਾਧਾ ਸਾਰੀ ਬਰਾਤ ਅੱਗੇ ਅੱਗੇ ਜਾ ਰਹੀ ਸੀ। ਡੋਰੀ ਸਾਧੂ ਸਹਿਤ ਪਿਸ਼ਾਰੀ। ਤੇ ਭਾਈ ਸਾਧੂ ਤੇ ਭਾਈ ਆਕੁਲ ਦੀ ਬੱਚੀ ਦਾ ਡੋਲਾ ਉਹ ਪਿੱਛੇ ਸੀਗੇ ਜੀ, ਬਾਕੀ ਸਾਰੀ ਬਰਾਤ ਅੱਗੇ ਸੀਗੀ ਜੀ। ਹਾਂਜੀ, ਗੁਰ ਢਿਗ ਆਸਾ ਵਾਰ ਸੋ ਗਾਵੇ। ਹੁਣ ਡੋਲਾ ਲੰਘਣ ਦਿਆ ਤੇ ਉਧਰੋਂ ਆਵਾਜ਼ ਆਉਂਦੀ ਜੀ, ਹਰ ਅੰਮ੍ਰਿਤ ਪਿੰਨੇ ਲੋਏਣਾ। ਬਾਣੀ ਦੀ ਆਵਾਜ਼ ਆਉਂਦੀ, ਆਸਾ ਦੀ ਵਾਰ ਦੀ ਆਵਾਜ਼ ਆਉਂਦੀ ਜੀ। ਗੁਰੂ ਸਾਹਿਬ ਦਰਬਾਰ ਦੇ ਵਿੱਚ ਬੈਠੇ ਹੈ, ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦੇ ਆ ਜੀ। ਹਾਂਜੀ,
ਬਾਦਤ ਆਦਰ ਬਾਬ ਬਜਾਵੇ। ਵਾਹ ਵਾਹ ਵਾਹ, ਰਬਾਬ ਵੱਜ ਰਹੀ ਹੈ, ਬਹੁਤਾ ਹੀ ਮਿੱਠਾ ਸਾਜ਼ ਹੈ ਰਬਾਬ ਜੀ। ਹਾਂਜੀ, ਆਕੁਲ ਕੀ ਦਹਿਤਾ ਸਨ ਕਾਨ। ਤੇ ਲਓ ਜੀ, ਭਾਈ ਆਕੁਲ ਦੀ ਬੱਚੀ ਦੇ ਕੰਨਾਂ 'ਚ ਆਵਾਜ਼ ਪਈ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਸ਼੍ਰੀ ਗੁਰ ਡੇਰਾ ਅਹਿ ਪਛਾਨ। ਉਹਨੂੰ ਪਤਾ ਲੱਗ ਗਿਆ ਵੀ ਜ਼ਰੂਰ ਮਹਾਰਾਜ ਇੱਥੇ ਉਤਰੇ ਹੈ। ਉਹਨਾਂ ਸਮਿਆਂ 'ਚ ਜਿੱਥੇ ਮਹਾਰਾਜ ਹੁੰਦੇ ਸੀ ਉੱਥੇ ਹੀ ਬਹੁਤਾ ਕੀਰਤਨ ਹੁੰਦਾ ਸੀ ਰਬਾਬ ਦੇ ਨਾਲ, ਇਸ ਤਰੀਕੇ ਨਾਲ। ਹਾਂਜੀ, ਪਿਤ ਕੇ ਸੰਗ ਗਈ ਬਹੁ ਬਾਰੀ। ਉਹ ਆਪਣੇ ਪਿਤਾ ਦੇ ਨਾਲ ਬੜੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਪਹੁੰਚੀ ਸੀ ਪਹਿਲਾਂ ਵੀ। ਦਰਸ਼ਨ ਦੇਖਿਓ ਹੁਤੋ ਅਗਾਰੀ। ਪਹਿਲਾਂ ਤੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਛਾਣ ਸੀ ਉਹਨੂੰ ਜੀ। ਚਿਤੈ ਉਪਾਏ ਸਮੀਪ ਗਵਨ ਕੋ। ਹੁਣ ਉਹ ਸੋਚਦੀ ਹੈ, ਅੰਮ੍ਰਿਤ ਵੇਲੇ ਦਾ ਸਮਾਂ, ਗੁਰੂ ਜੀ ਦਾ ਲੱਗਾ ਦਰਬਾਰ। ਉਹ ਇਹਨਾਂ ਚੁੱਪ ਕਰਾਓ। ਗੁਰੂ ਜੀ ਦਾ ਲੱਗਾ ਦਰਬਾਰ ਤੇ ਕੀਰਤਨ ਹੋ ਰਿਹਾ ਆਸਾ ਦੀ ਵਾਰ ਦਾ, ਤੇ ਮੈਂ ਡੋਲੀ 'ਚ ਬੈਠੀ ਆ, ਮੈਨੂੰ ਵੀ ਜਾਣਾ ਚਾਹੀਦਾ। ਹਾਂਜੀ, ਕਹਿਓ ਕਹਾਰਨ ਸੰਗ ਬਚਨ ਕੋ। ਉਹਨੇ ਡੋਲੀ ਜਿੰਨਾ ਚੁੱਕੀ ਸੀ ਨਾ ਉਹਨਾਂ ਨੂੰ ਕਿਹਾ ਜੀ। ਹਾਂਜੀ, ਤੁਮ ਜਾਣਤ ਹੋ ਸਗਰੀ ਬਾਤ। ਭਾਈ ਪਿਆਰਿਓ, ਤੁਸੀਂ ਤਾਂ ਪਹਿਲਾਂ ਹੀ ਸਾਰੀ ਗੱਲ ਜਾਣਦੇ ਹੋ। ਹਾਂਜੀ, ਹਮ ਗੁਰ ਕੋ ਸਿੱਖ ਸਦ ਬਖਿਆ। ਸਭ ਕਿਤੇ ਪਤਾ ਵੀ ਮੇਰਾ ਪਿਤਾ ਮਸੰਦ ਹੈ, ਮੇਰਾ ਪਿਤਾ ਗੁਰੂ ਦਾ ਸਿੱਖ ਬੜਾ ਵੱਡਾ। ਇਹ ਡੇਰਾ ਟਿਗ ਹੈ ਗੁਰ ਕੇਰਾ। ਉਹ ਸਾਹਮਣੇ ਗੁਰੂ ਦਾ ਡੇਰਾ ਹੈ। ਹਾਂਜੀ, ਚਲਤ ਚਾਹੂੰ ਮੈਂ ਦਰਸ਼ਨ ਹੇਰਾ। ਅੰਮ੍ਰਿਤ ਵੇਲੇ ਦਾ ਸਮਾਂ ਤੇ ਗੁਰੂ ਦੇ ਦਰਬਾਰ 'ਚ ਹੋ ਰਿਹਾ ਕੀਰਤਨ, ਮੈਂ ਰਹਿ ਨਹੀਂ ਸਕਦੀ, ਮੈਂ ਗੁਰੂ ਜੀ ਦੇ ਦਰਬਾਰ 'ਚ ਜਾਣਾ ਚਾਹੁੰਦੀ ਆ। ਹਾਂਜੀ, ਇਮ ਕਹਿ ਦਰਬ ਕਹਾਰਨ ਦੀਨ। ਪਰ ਉਹ ਕਿੱਥੋਂ ਮੰਨਣ, ਨਹੀਂ ਜਾਣ ਦੇਣਾ। ਪਰ ਲਾਲਚ ਵੱਡਿਆਂ ਵੱਡਿਆਂ ਨੂੰ ਵਿਗਾੜ ਦਿੰਦਾ ਜੀ। ਉਹਨੇ ਮਾਇਆ ਦਿੱਤੀ ਜੀ ਉਹਨਾਂ ਨੂੰ, ਡੋਲੀ ਚੁੱਕਣ ਵਾਲਿਆਂ ਨੂੰ। ਹਾਂਜੀ, ਲੱਗੇ ਲੋਭ ਤਬ ਚਲਬੋ ਕੀਨ। ਉਹ ਲੋਭ 'ਚ ਆ ਗਏ ਤਾਂ ਉਹਨਾਂ ਡੋਲੀ ਉਸ ਪਾਸੇ ਨੂੰ ਤੋਰ ਲਈ ਜੀ। ਹਾਂਜੀ, ਦੂਰ ਟਿਕਾਏ ਉਤਰ ਕਰ ਡੋਰੀ। ਇੱਕ ਪਾਸੇ ਡੋਲੀ ਲਾ ਦਿੱਤੀ ਤੇ ਬੇਬੇ ਦੀ ਬੱਚੀ ਜਿਹੜੀ ਗੁਰੂ ਦੀ ਉਹ ਉਤਰ ਪਈ ਜੀ। ਹਾਂਜੀ, ਗਮਨੀ ਸ਼੍ਰੀ ਹਰ ਗੋਬਿੰਦ ਔਰੀ। ਤੇ ਗੁਰੂ ਹਰਗੋਬਿੰਦ ਸਾਹਿਬ ਵਾਲੇ ਪਾਸੇ ਨੂੰ ਉਹ ਤੁਰ ਪਈ ਜੀ। ਵੇਖੋ ਭਾਗ, ਘਰੋਂ ਕਲਪਦੀ ਹੋਈ ਆਈ ਹੈ, ਰਸਤੇ 'ਚ ਗੁਰੂ ਦੇ ਦਰਬਾਰ 'ਚ ਆ ਗਈ ਹੈ ਜੀ। ਤੇ ਚੇਤਾ ਰੱਖਿਓ, ਅੱਤ ਦਾ ਕਲਪਿਆ ਹੋਇਆ ਬੰਦਾ ਘਰੋਂ ਇੱਥੇ ਆਏਗਾ ਨਾ, ਜਿਸ ਅਵਸਥਾ 'ਚ ਆਇਆ ਸੀ ਉਸ ਅਵਸਥਾ 'ਚ ਵਾਪਸ ਨਹੀਂ ਜਾਏਗਾ, ਆਨੰਦ ਲੈ ਕੇ ਜਾਏਗਾ ਜੀ। ਹਾਂਜੀ, ਆਕੁਲ ਸੁਤਾ ਆਨੰਦ ਮਨ ਧਾਰਿਓ। ਉਹਨੇ ਬੜਾ ਆਨੰਦ ਧਾਰਨ ਕੀਤਾ ਕਿ ਗੁਰੂ ਸਾਹਿਬ ਦੇ ਕੋਲ ਪਹੁੰਚ ਚੱਲੀ ਆ। ਹਾਂਜੀ, ਬੈਠੇ ਸਤਿਗੁਰ ਦਰਸ ਨਿਹਾਰਿਓ। ਸੱਚੇ ਪਾਤਸ਼ਾਹ ਬੈਠੇ, ਵਿਆਹ ਵਾਲੇ ਬਸਤਰ ਪਾਏ ਹੈ, ਸੱਜੀ ਧੱਜੀ ਹੈ, ਉਹ ਉਂਝ ਹੀ ਪਹੁੰਚੀ ਤੇ ਮਹਾਰਾਜ ਨੂੰ ਮੱਥਾ ਟੇਕਿਆ ਜੀ। ਹੁਣ ਵਿਆਹ ਵਾਲੀ ਬੱਚੀ ਜਦੋਂ ਤਿਆਰ ਹੁੰਦੀ ਉਹਦੇ ਬਸਤਰ ਵਿਸ਼ੇਸ਼ ਹੁੰਦੇ ਆ, ਉਹਨੇ ਮੱਥਾ ਟੇਕਿਆ। ਤੁਸੀਂ ਵੀ ਟੇਕੋ ਸਾਰੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਸਭਾ ਵਿਸਾਲ ਲੱਗੀ ਚਹੁ ਫੇਰੇ। ਹਾਂਜੀ, ਨਰ ਨਾਰੀ ਸੁਨ ਸ਼ਬਦ ਕਨੇਰੇ। ਸਭਾ ਲੱਗੀ ਹੈ, ਕਈਆਂ ਨੇ ਅੱਖਾਂ ਬੰਦ ਕੀਤੀਆਂ, ਕੀਰਤਨ ਸੁਣ ਰਹੇ ਹੈ, ਕਿਸੇ ਨੇ ਅੱਖ ਖੋਲੀ ਹੈ, ਕੋਈ ਧੌਣ ਨੀਵੀਂ ਕਰਕੇ ਬੈਠਾ ਹੈ। ਹਾਂਜੀ, ਜੁਗ ਕਰ ਜੋਰ ਬੰਦਨਾ ਕੀਨ। ਬੱਚੀ ਨੇ ਦੋਵੇਂ ਹੱਥ ਜੋੜੇ, ਆਪਣੇ ਮਾਲਕ ਆਪਣੇ ਸਤਿਗੁਰੂ ਜੀ ਨੂੰ ਮੱਥਾ ਟੇਕਿਆ। ਬੈਠੀ ਸ਼ਬਦ ਵਿਖੈ ਚਿਤ ਦੀਨ। ਤੇ ਫਿਰ ਗੁਰੂ ਕੇ ਕੀਰਤਨੀਏ ਕੀਰਤਨ ਹੀ ਇੰਨਾ ਸੋਹਣਾ ਕਰ ਰਹੇ ਸੀਗੇ, ਉਹ ਬੈਠੀ ਤੋਰੀ ਸੁਰਤ ਜੁੜੀ ਪਈ ਜੀ। ਬੜੇ ਪਿਆਰ ਨਾਲ ਉਹਨੇ ਕੀਰਤਨ ਸੁਣਿਆ। ਕੇਤਿਕ ਵਾਰ ਮੈਂ ਆਸਾ ਵਾਰ। ਕੁਝ ਸਮੇਂ ਤੱਕ ਆਸਾ ਦੀ ਵਾਰ ਦਾ ਕੀਰਤਨ ਹੋ ਗਿਆ। ਪਾਇਓ ਭੋਗ ਆਨੰਦ ਕੋ ਧਾਰ। ਹੈ ਬੜੇ ਆਨੰਦ ਨਾਲ ਕੀਰਤਨੀਆਂ ਨੇ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਜੀ। ਹਾਂਜੀ, ਤਬ ਸਤ ਗੁਰ ਤਿਸ ਔਰ ਨਿਹਾਰੇ। ਮਹਾਰਾਜ ਸਾਰੀ ਸੰਗਤ ਵੱਲ ਦ੍ਰਿਸ਼ਟੀ ਪਾ ਰਹੇ ਆ ਤੇ ਦ੍ਰਿਸ਼ਟੀ ਪਾਉਂਦਿਆਂ ਪਾਉਂਦਿਆਂ ਉਸ ਬੱਚੀ ਵੱਲ ਦ੍ਰਿਸ਼ਟੀ ਗਈ ਜੀ।
ਸੱਜੀ ਧੱਜੀ ਵਿਆਹ ਵਾਲੇ ਕੱਪੜੇ ਪਾਏ। ਹਾਂਜੀ ਸਗਰੋ ਬੇਸ ਵਿਆਹੇ ਕੁਤਾਰੇ, ਹਾਂਜੀ ਵੱਡੀ ਪ੍ਰਾਤ ਕਿਤ ਲੈ ਚੱਲ ਆਈ। ਮਹਾਰਾਜ ਗਰੀਬ ਨਵਾਜ ਨੇ ਵੇਖਿਆ ਵੀ ਵਿਆਹ ਵਾਂਗੂ ਤਿਆਰ ਹੋਈ ਹੈ ਅੰਮ੍ਰਿਤ ਵੇਲਾ, ਤੇ ਅੰਮ੍ਰਿਤ ਵੇਲੇ ਵਿਆਹ ਵਾਲੇ ਕੱਪੜਿਆਂ 'ਚ ਕਿਹੜੀ ਬੱਚੀ ਹੈ ਇਹ। ਹਾਂਜੀ ਕੋ ਕਾਰਜ ਅਰ ਕਹਾਂ ਸਿਧਾਈ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਨ 'ਚ ਸੋਚਦੇ ਆ ਵੀ ਇਹ ਪਤਾ ਤੇ ਸਾਰੀ ਗੱਲ ਦਾ, ਪਤਾ ਸਾਰੀ ਗੱਲ ਦਾ, ਪਰ ਮਹਾਰਾਜ ਕਹਿੰਦੇ ਵੀ ਹੁਣ ਇਹਨੂੰ ਪੁੱਛਦੇ ਆ ਸਾਰੀ ਗੱਲ। ਹਾਂਜੀ ਆਕੁਲ ਸੁਤਾ ਕਹਿਓ ਤਿਸ ਬੇਰੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਧੀਏ ਕੌਣ ਹੈ ਤੂੰ, ਕਿੱਧਰ ਚੱਲਣੀ ਹੈ, ਵਿਆਹ ਵਾਲੇ ਕੱਪੜੇ ਪਾਏ ਆ। ਤੇ ਆਕੁਲ ਭਾਈ ਦੀ ਧੀ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਗ੍ਰਹਿ ਵੱਡੇ ਘਰ ਨੇ ਹਰ ਮੇਰੇ। ਸੱਚੇ ਪਾਤਸ਼ਾਹ ਵੱਡੇ ਘਰ ਪਿੰਡ 'ਚ ਮੇਰੇ ਪੇਕੇ ਹੈਗੇ ਆ। ਸਰਵਰ ਕੇ ਸੇਵਕ ਸਸੁਰਾਰੇ, ਹਾਂਜੀ। ਇਹ ਚਿੰਤਾ ਚਿਤ ਭਈ ਉਧਾਰੇ। ਉਹਦੇ ਮੁਖੋਂ ਬਚਨ ਨਿਕਲਿਆ, ਮਹਾਰਾਜ ਮੈਂ ਆਪ ਜੀ ਦੇ ਸਿੱਖ ਦੀ ਧੀ ਹਾਂ, ਭਾਈ ਆਕੁਲ ਦੀ, ਤੇ ਮੈਂ ਗੁਰਮੁਖਾਂ ਕੋਲੋਂ ਸੁਣਿਆ ਗੁਰੂ ਸਾਹਿਬ ਨੇ ਕਿਹਾ ਸਿੱਖ ਦੀ ਧੀ ਸਾਡੀ ਧੀ ਹੁੰਦੀ ਹੈ। ਉਹ ਕਹਿਣ ਲੱਗੀ ਫਿਰ ਮਹਾਰਾਜ ਮੇਰਾ ਵਿਆਹ ਜਿੱਥੇ ਹੋ ਗਿਆ ਉਹ ਸਖੀ ਸਰਵਰੀਆਂ ਨੂੰ ਮੰਨਦੇ ਆ, ਪੇਕਾ ਪਰਿਵਾਰ ਤੁਹਾਡਾ ਸਿੱਖ ਹੈ ਤੇ ਸਹੁਰਾ ਪਰਿਵਾਰ ਸਰਵਰੀਆਂ ਦੇ ਸਿੱਖ ਨੇ, ਉਹਨਾਂ ਦੇ ਚੇਲੇ ਨੇ। ਹਾਂਜੀ ਅਬ ਮੈਂ ਦਰਸ਼ਨ ਕਰ ਹੋਂ ਗੁਰ ਕਾ, ਹਾਂਜੀ ਪੂਰਨ ਹੋਏ ਮਨੋਰਥ ਉਰ ਕਾ। ਪਰ ਹੁਣ ਮੈਨੂੰ ਤੁਹਾਡੇ ਦਰਸ਼ਨ ਹੋ ਗਏ, ਮੇਰੇ ਮਨ 'ਚ ਸੀ ਗੁਰੂ ਦੇ ਦਰਸ਼ਨ ਹੋਣਗੇ ਭਲਾ ਹੋਏਗਾ, ਤੇ ਹੁਣ ਮੇਰਾ ਭਲਾ ਜ਼ਰੂਰ ਹੋਏਗਾ। ਕਰੋ ਹਾਂ ਇੱਕ ਵਾਰੀ ਸਾਰੇ ਦਰਸ਼ਨ ਮਹਾਰਾਜ ਦੇ, ਹੱਥ ਜੋੜੋ ਸਾਰੇ, ਕਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਦੇ ਦਰਸ਼ਨ ਕੀਤਿਆਂ ਬੜਾ ਭਲਾ ਹੁੰਦਾ ਜੀ। ਉਹ ਕਹਿਣ ਲੱਗੀ ਮਹਾਰਾਜ ਮੈਂ ਤੁਹਾਡੇ ਚਰਨਾਂ 'ਚ ਆ ਗਈ, ਮੇਰਾ ਜ਼ਰੂਰ ਭਲਾ ਹੋਏਗਾ। ਹਾਂਜੀ ਪੁੰਨ ਮੈਂ ਪਰ ਬਸ ਪਰੋਂ ਦੁਖਾਰੀ। ਮਹਾਰਾਜ ਮੈਂ ਪਰਾਏ ਵਸ ਪੈ ਗਈ, ਹੁਣ ਦੁਖੀ ਰਵਾਂਗੀ। ਹਾਂਜੀ ਨਹਿ ਮੇਰੋ ਬਸ ਚਲੇ ਵਿਚਾਰੀ। ਮੇਰਾ ਨਹੀਂ ਚ ਹੁਣ ਅੱਗੇ ਵਸ ਚੱਲਣਾ ਕੋਈ। ਹਾਂਜੀ ਜਾਂ ਤੇ ਮੈਂ ਚੱਲ ਕਰ ਅਬ ਆਈ। ਹਾਂਜੀ ਸੁਣਿਓ ਸ਼ਬਦ ਤੁਮ ਦਰਸ਼ਨ ਪਾਈ। ਤੇ ਮੈਂ ਤੇ ਲੰਘ ਰਹੀ ਸਾਂ, ਬਾਣੀ ਕੰਨਾਂ 'ਚ ਪੈ ਗਈ ਤੇ ਇੱਥੇ ਪਹੁੰਚ ਗਈ ਹੈ। ਹਾਂਜੀ ਸੁਣ ਕੰਨਿਆ ਤੇ ਭਏ ਕਿਰਪਾਲ। ਸੁਣ ਕੰਨਿਆ ਤੇ ਭਏ ਕਿਰਪਾਲ। ਜਦੋਂ ਉਹਨੇ ਇਸ ਤਰ੍ਹਾਂ ਆਖਿਆ ਨਾ, ਗੁਰੂ ਹਰਗੋਬਿੰਦ ਸਾਹਿਬ ਨੂੰ ਤਰਸ ਆ ਗਿਆ ਜੀ। ਗੁਰੂ ਦੇ ਤਰਸ 'ਚ ਬਹੁਤ ਕੁਝ ਹੈਗਾ ਜੀ। ਜਿਨ੍ਹਾਂ ਤੇ ਮਹਾਰਾਜ ਤਰਸ ਕਰ ਦਿੰਦੇ ਉਹਨਾਂ ਨੂੰ ਨਿਹਾਲ ਕਰ ਦਿੰਦੇ ਸੱਚੇ ਪਾਤਸ਼ਾਹ। ਹੇਰੀ ਸ਼ਰਧਾ ਭਾਉ ਵਿਸਾਲ। ਮਹਾਰਾਜ ਨੇ ਵੇਖਿਆ ਇਹਦੀ ਸ਼ਰਧਾ ਵੀ ਬੜੀ ਹੈ, ਇਹਨੂੰ ਭਰੋਸਾ ਵੀ ਬਹੁਤ ਹੈਗਾ। ਹਾਂਜੀ ਸ਼੍ਰੀ ਮੁਖ ਤੇ ਅੰਮ੍ਰਿਤ ਸਮ ਕਹਿਓ। ਵਾਹ ਵਾਹ ਵਾਹ। ਅੰਮ੍ਰਿਤ ਵੇਲੇ ਦਾ ਸਮਾਂ ਤੇ ਗੁਰ ਰਸਨਾ ਅੰਮ੍ਰਿਤ ਬੋਲਦੀ। ਅੰਮ੍ਰਿਤ ਵਰਗੇ ਬਚਨ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਹਨ। ਤੇਰੋ ਲੇਖ ਇਸੀ ਬਿਦ ਲਹਿਓ। ਮਹਾਰਾਜ ਕਹਿੰਦੇ ਬੱਚੀ ਤੇਰੇ ਭਾਗ ਇਸ ਤਰ੍ਹਾਂ ਦੇ ਹੀ ਨੇ, ਤੇਰਾ ਵਿਆਹ ਉੱਥੇ ਹੀ ਲਿਖਿਆ। ਹੁਣ ਜੋ ਕਿਸਮਤ 'ਚ ਹੈ ਉਹ ਤਾਂ ਉਂਝ ਹੀ ਹੋਣਾ ਸਾਧ ਸੰਗਤ ਜੀ। ਹਾਂਜੀ ਚੱਲ ਆਈ ਸਤ ਸੰਗਤ ਸ਼ਰਣੀ। ਹਾਂਜੀ ਲਿਖੈ ਲੇਖ ਅਬ ਜਿਉ ਸ਼ੁਭ ਕਰਨੀ। ਪਰ ਮਹਾਰਾਜ ਕਹਿੰਦੇ ਵੀ ਤੂੰ ਸੰਗਤ 'ਚ ਆ ਗਈ ਹੈ, ਕਿਸਮਤ 'ਚ ਤੇ ਇਹੋ ਹੀ ਲੇਖ ਲਿਖਿਆ ਕਿ ਤੇਰਾ ਉਸੇ ਸਾਧੂ ਨਾਲ ਵਿਆਹ ਹੋਣਾ, ਸਾਧੇ ਦੇ ਪੁੱਤ ਸਾਧੂ ਨਾਲ ਤੇਰਾ ਵਿਆਹ ਹੋਣਾ। ਪਰ ਹੁਣ ਤੂੰ ਸੰਗਤ 'ਚ ਆ ਗਈ ਐ, ਜਿਵੇਂ ਦੇ ਕਹੇਂਗੀ ਉਵੇਂ ਦੇ ਹੀ ਲੇਖ ਲਿਖ ਦਿਆਂਗੇ। ਆਖੋ ਵਾਹਿਗੁਰੂ। ਉਹ ਮਾਤਾ ਬੀਬੀ ਸੁਲੱਖਣੀ ਨੂੰ 7 ਲਿਖ ਕੇ ਦਿੱਤੇ ਸੀ ਨਾ ਮਹਾਰਾਜ ਨੇ। ਲਿਖेंगे ਲੇਖ ਅਬ ਜਿਉਂ ਸ਼ੁਭ ਕਰਨੀ। ਤੇਰਾ ਸ਼ੁਭ ਕੰਮ ਵੇਖਿਆ, ਤੂੰ ਇਹੋ ਜਿਹੀ ਹਾਲਤ 'ਚ ਵੀ ਸੰਗਤ 'ਚ ਆ ਗਈ ਹੈ। ਕਿਹੜੀ ਬੱਚੀ ਹੈ ਜਿਹੜੀ ਵਿਆਹ ਦੇ ਜੋੜੇ 'ਚ ਬੈਠੀ ਹੋਵੇ ਤੇ ਕਵੇ ਰਹਿ ਰਸ ਦਾ ਟਾਈਮ ਹੋ ਗਿਆ, ਮੈਨੂੰ ਪਾਠ ਕਰ ਲੈਣ ਦਿਓ, ਮੈਂ ਨਿਤਨੇਮ ਕਰਨਾ। ਇਸ ਹਾਲਾਤ 'ਚ ਵੀ ਆਈ ਹੈ ਤੂੰ।
ਮਹਾਰਾਜ ਕਹਿੰਦੇ ਹੁਣ ਤੇਰਾ ਲੇਖ ਹੀ ਬਦਲ ਦੇਣਾ ਆਪਾਂ। ਹਾਂਜੀ। ਦੋਹਰਾ ਪਿਤਾ ਦਿਓ ਪਕਵਾਨ ਕੁਛ, ਉਹਦੇ ਪਿਤਾ ਨੇ ਕੁਝ ਖਾਣ ਨੂੰ ਪਕਵਾਨ ਦਿੱਤਾ ਸੀ ਉਹਨੂੰ ਜੀ। ਹਾਂਜੀ। ਸੋ ਗੁਰ ਅਗਰ ਚੜਾਏ, ਤੇ ਗੁਰੂ ਸਾਹਿਬ ਦੇ ਅੱਗੇ ਚੜਾਏ ਜੀ ਉਹਨੇ ਜੀ। ਹਾਂਜੀ। ਧੰਨ ਗੁਰੂ ਸਭ ਸ਼ਕਤ ਧਰ, ਵਿਆਹ ਵਾਲੇ ਕੱਪੜੇ ਉਵੇਂ ਹੀ ਸਤਿਗੁਰੂ ਦੇ ਅੱਗੇ ਚੜਾ ਕੇ ਹੱਥ ਜੋੜ ਕੇ ਕਹਿੰਦੀ ਸੱਚੇ ਪਾਤਸ਼ਾਹ ਤੁਸੀਂ ਮਹਾਰਾਜ ਧੰਨ ਹੋ। ਹਾਂਜੀ। ਲੀਜੈ ਮੋਹਿ ਬਚਾਏ, ਮੈਨੂੰ ਫਿਰ ਬਚਾ ਲਓ, ਮੈਂ ਤੁਹਾਡੀ ਸਿੱਖਣੀ ਆ ਤੇ ਤੁਹਾਡੇ ਚਰਨਾਂ 'ਚ ਹੀ ਸਿੱਖੀ ਗੁਜ਼ਾਰਨਾ ਚਾਹੁੰਦੀ ਆ, ਤੁਹਾਡੇ ਚਰਨਾਂ ਦੀ ਸਿੱਖੀ 'ਚ ਰਹਿ ਕੇ ਆਪਣਾ ਸਮਾਂ ਸਫਲਾ ਕਰਨਾ ਚਾਹੁੰਦੀ ਆ। ਚੌਪਈ ਸੁਨ ਪ੍ਰਸੰਨ ਗੁਰਬਾਕ ਬਖਾਨਾ, ਸੁਨ ਪ੍ਰਸੰਨ ਗੁਰਬਾਕ ਬਖਾਨਾ। ਉਸ ਬੱਚੀ ਦੀ ਸ਼ੁਭ ਮੱਤ ਵੇਖ ਕੇ ਚੇਤਾ ਰੱਖਿਓ, ਮਾਂ ਪਿਓ ਬੱਚੇ ਨੂੰ ਚੰਗੀ ਸਿੱਖਿਆ ਦੇਣਗੇ, ਸਮੇਂ ਨਾਲ ਪ੍ਰਗਟ ਹੋਏਗੀ ਜੀ ਉਹ। ਜੇ ਭਾਈ ਆਕੂਲ ਆਪਣੀ ਧੀ ਨੂੰ ਸਿੱਖੀ ਨਾਲ ਜੋੜਦਾ ਹੀ ਨਾ, ਉਹਨੇ ਆਉਣਾ ਹੀ ਨਹੀਂ ਕਦੀ ਜੀ। ਜੇ ਭਾਈ ਆਕੂਲ ਕਦੀ ਆਪਣੀ ਬੱਚੀ ਨੂੰ ਬਾਣੀ ਸਿਖਾਉਂਦਾ ਹੀ ਨਾ, ਉਹਨੇ ਆਉਣਾ ਹੀ ਨਹੀਂ ਬਾਣੀ ਸੁਣ ਕੇ ਕਦੀ ਜੀ। ਮਹਾਰਾਜ ਨੇ ਬਚਨ ਕੀਤਾ, ਨਵੋ ਲੇਖ ਲਿਖ ਬੋਤ ਵਠਾਨਾ। ਮਹਾਰਾਜ ਕਹਿਣ ਲੱਗੇ ਅਸੀਂ ਫੁਰਨਾ ਬਣਾਇਆ, ਤੇਰੇ ਲੇਖ ਹੀ ਨਵੇਂ ਲਿਖ ਦੇਣੇ ਆ। ਗੱਜ ਕੇ ਆਖੋ ਵਾਹਿਗੁਰੂ। ਇੱਕ ਵਾਰੀ ਗੱਜ ਕੇ ਕਹਿ ਦਿਓ ਸਾਰੇ। ਜਿੱਥੇ ਤੁਸੀਂ ਬੈਠੇ ਹੋ ਨਾ, ਇੱਥੇ ਲੇਖ ਨਵੇਂ ਵੀ ਲਿਖੇ ਜਾਂਦੇ ਆ। ਘਬਰਾਇਆ ਨਾ ਕਰੋ ਵੀ ਲੇਖ ਮਾੜੇ ਆ। ਹੈਂ ਕਿ ਪੰਡਤ ਨੂੰ ਲੋਕ ਵਿਖਾਉਂਦੇ, ਪੰਡਤਾਂ ਨੂੰ ਮਾੜੇ ਲੇਖ ਲਿਖੇ ਹੁੰਦੇ, ਕੱਖ ਨਹੀਂ ਹੁੰਦਾ। ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਭਾਂਡੇ ਮਾਂਜੋ, ਸਭ ਵਧੀਆ ਹੋ ਜਾਂਦਾ ਹੈ। ਹੱਥਾਂ ਦੀਆਂ ਲਕੀਰਾਂ ਕਹਿੰਦੇ ਮਾੜੀਆਂ ਨੇ, ਕੱਖ ਨਹੀਂ ਹੁੰਦਾ। ਪਿਆਰਿਓ ਸੇਵਾ ਕਰੋ, ਹੱਥਾਂ ਦੀਆਂ ਲਕੀਰਾਂ ਹੀ ਚੰਗੀਆਂ ਹੋ ਜਾਂਦੀਆਂ ਨੇ। ਫਿਰ ਕੀ ਹੈ? ਉਹ ਮਹਾਰਾਜ ਕਹਿਣ ਲੱਗੇ ਤੇਰੇ ਲੇਖ ਹੀ ਨਵੇਂ ਲਿਖ ਦੇਣੇ ਆ। ਹਾਂਜੀ। ਪਿਤਾ ਤੋਹੇ ਸਿੱਖ ਸੋ ਤੇ ਤਰਿਓ, ਪੁੱਤਰ ਧੀਏ ਤੇਰਾ ਪਿਤਾ ਭਾਈ ਆਕੁਲ ਪੱਕਾ ਸਿੱਖ ਹੈ, ਉਹ ਤੇ ਤਰ ਗਿਆ ਮਹਾਰਾਜ ਕਹਿੰਦੇ ਭਵ ਸਾਗਰ ਤੋਂ। ਹਾਂਜੀ। ਘਰ ਸਸੁਰਾਰ ਕਿਤਾਰਥ ਕਰਿਓ, ਪਰ ਤੂੰ ਪਿਛਲੇ ਜਨਮ ਦੀ ਪੁੰਨਾ ਵਾਲੀ ਐ, ਹੁਣ ਤੇਰਾ ਸਹੁਰਾ ਘਰ ਵੀ ਨਿਹਾਲ ਹੋ ਜਾਏਗਾ। ਸਿੱਖੀ ਦਾਨ ਦੀਨ ਹਮ ਤੋਹੀ। ਮਹਾਰਾਜ ਕਹਿੰਦੇ ਘਬਰਾ ਨਾ, ਤੂੰ ਕਹਿੰਦੀ ਮੇਰਾ ਸਹੁਰਾ ਪਰਿਵਾਰ ਸਰਵਰੀਏ ਹੈ, ਤੇਰੇ ਪਤੀ ਨੂੰ ਸਿੱਖੀ ਦਿੱਤੀ ਕਹਿਣ ਲੱਗੇ। ਤੇ ਜਿਹਦਾ ਘਰ ਵਾਲਾ ਹੀ ਸਿੱਖ ਬਣ ਗਿਆ, ਫਿਰ ਘਰ ਵਾਲੀ ਤਾਂ ਆਪੇ ਸਿੱਖਣੀ ਬਣ ਗਈ ਨਾ ਜੀ। ਹਾਂਜੀ। ਅਧਿਕ ਸਿੱਖ ਸੁਤ ਤੇਰੋ ਹੋਹੀ। ਵਾਹ ਵਾਹ, ਤੇਰੇ ਵੇਖੋ ਕਮਾਲ ਦੀ ਗੱਲ, ਵਿਆਹ ਹੋਇਆ ਅਜੇ ਸਹੁਰੇ ਘਰ ਨਹੀਂ ਗਈ, ਰਸਤੇ 'ਚ ਹੀ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਮੁੱਖੋਂ ਕਿਹਾ, ਧੀਏ ਜਿਹੜਾ ਤੇਰੇ ਘਰ ਪੁੱਤ ਹੋਏਗਾ, ਬਹੁਤਾ ਵੱਡਾ ਸਿੱਖ ਪੈਦਾ ਹੋਏਗਾ, ਬੜਾ ਵੱਡਾ ਸਿੱਖ ਸਾਡਾ ਬਣੇਗਾ। ਬਦਲਦੇ ਨਾ ਲੇਖ ਜੀ, ਕਿੱਥੇ ਰੋਂਦਾ ਹੀ ਸੀ, ਮਹਾਰਾਜ ਨੇ ਬਚਨ ਹੀ ਇਹੋ ਜਿਹੇ ਕੀਤੇ, ਉਹ ਖੁਸ਼ ਹੋ ਗਈ ਜੀ। ਹਾਂਜੀ। ਪਤੀ ਵੀ ਸਿੱਖ ਹੋਏ ਹੈ ਭਲੇ, ਤੇਰਾ ਪਤੀ ਵੀ ਬੜਾ ਭਲਾ ਸਿੱਖ ਹੋਏਗਾ, ਬੜਾ ਵਧੀਆ ਸਿੱਖ ਹੋਏਗਾ ਸਾਡਾ। ਗੁਰ ਸਿੱਖੀ ਕੇ ਮਾਰਗ ਚੱਲੇ, ਸਿੱਖੀ ਦੇ ਰਸਤੇ ਤੇ ਤੁਰੇਗਾ। ਹਾਂਜੀ। ਇਮ ਗੁਰ ਬਾਕ ਸੁਣਿਓ ਹਰਿ ਖਾਈ। ਜਦੋਂ ਉਹਨੇ ਇਹ ਮਹਾਰਾਜ ਦੇ ਮੁਖੋਂ ਗੱਲਾਂ ਸੁਣੀਆਂ ਨਾ ਜੀ, ਭਾਈ ਆਕੁਲ ਦੀ ਧੀ ਖੁਸ਼ ਹੋ ਗਈ ਜੀ। ਹਾਂਜੀ। ਧੰਨ ਗੁਰੂ ਕੇ ਹਾਥ ਬਚਾਈ। ਧੰਨ ਸੱਚੇ ਪਾਤਸ਼ਾਹ ਹੱਥ ਦੇ ਕੇ ਬਚਾ ਲਿਆ ਜੇ। ਮੈਂ ਤੇ ਦੁਖੀ ਸਾਂ, ਧਰਮ ਛੱਡਣਾ ਹੀ ਵੱਡਾ ਪਾਪ ਹੈਗਾ ਜੀ। ਹੁਣ ਉਹਨੇ ਧਰਮ ਤੇ ਨਹੀਂ ਸੀ ਛੱਡਿਆ, ਪਰ ਚਲੇ ਬੇਮੁਖਾਂ ਮਨਮੁਖਾਂ ਦੇ ਘਰ ਗਈ ਸੀਗੀ ਜੀ। ਵਾਹਿਗੁਰੂ ਮੇਰੇ ਮੁਖੋਂ ਦੋ ਸ਼ਬਦ ਨਿਕਲ ਗਏ, ਇੱਕ ਮਨਮੁਖ ਤੇ ਇੱਕ ਬੇਮੁਖ। ਮਨਮੁਖ ਤੇ ਬੇਮੁਖ ਸ਼ਬਦ ਸੁਣਨ ਚ ਇੱਕੋ ਜਿੱਕੇ ਲੱਗਦੇ, ਪਰ ਫਰਕ ਹੈਗਾ ਜੀ, ਫਰਕ ਹੈਗਾ ਜੀ। ਮਨਮੁਖ ਜਿਹਨੇ ਆਪਣਾ ਮੂੰਹ ਆਪਣੇ ਮਨ ਵੱਲ ਕੀਤਾ ਜੀ, ਜੋ ਮਨ ਕਹਿੰਦਾ ਉਹਦੇ ਅਨੁਸਾਰ ਚੱਲਦਾ, ਉਹ ਕੌਣ ਹੈ? ਮਨਮੁਖ। ਇੱਕ ਹੈ ਬੇਮੁਖ। ਬੇਮੁਖ ਦੇ ਦੋ ਅਰਥ ਨੇ। ਬੇਮੁਖ ਜਿਹੜਾ ਗੁਰੂ ਤੋਂ ਕਹਿੰਦੇ ਨਾ ਬੇਮੁਖ ਹੋ ਗਿਆ, ਜਿਹਨੇ
ਗੁਰੂ ਤੋਂ ਮੂੰਹ ਮੋੜ ਲਿਆ, ਉਹਨੂੰ ਬੇਮੁਖ ਕਹਿੰਦੇ ਆ। ਤੇ ਦੂਜਾ ਬੇਮੁਖ, ਫਾਰਸੀ ਚ ਚਿਹਰਾ, ਇਹਦੇ ਅਰਥ ਨੇ ਚਿਹਰਾ। ਬੇ ਬਿਨਾ, ਜਿਹਦਾ ਮੂੰਹ ਹੀ ਨਾ ਹੋਵੇ, ਜਿਹਦਾ ਚਿਹਰਾ ਹੀ ਨਾ ਹੋਵੇ, ਉਹ ਵੀ ਬੇਮੁਖ ਹੀ ਹੈ ਨਾ। ਪਰ ਗੁਰੂ ਅਮਰਦਾਸ ਸਾਹਿਬ ਦੱਸਦੇ ਜੀ, ਕੀ ਦੱਸਦੇ? ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨਾ ਪਾਏ। ਕਹੈ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ। ਬੋਲਿਆ ਕਰੋ, ਇਹ ਤੇ ਨਿਤਨੇਮ ਦੀ ਬਾਣੀ ਹੈ। ਵਿਣ ਸਤਿਗੁਰ ਮੁਕਤ ਨਾ ਪਾਏ। ਮਨਮੁਖ ਬੰਦੇ ਦਾ ਭਲਾ ਹੋਣ ਦਾ ਕੋਈ ਵੀ ਨਹੀਂ ਪਤਾ ਵੀ ਇਹਦਾ ਭਲਾ ਹੋਣਾ ਜਾਂ ਨਹੀਂ ਹੋਣਾ। ਦੋ ਗੱਲਾਂ ਨੇ। ਮਨਮੁਖ ਉਹ ਹੈ ਜਿਹਨੇ ਬਿਲਕੁਲ ਹੀ ਗੁਰੂ ਤੋਂ ਮੂੰਹ ਮੋੜਿਆ ਜੀ, ਉਹ ਮਨਮੁਖ ਹੈ। ਬੇਮੁਖ ਉਹ ਹੈ ਜਿਹੜਾ ਪਹਿਲਾਂ ਮੂੰਹ ਗੁਰੂ ਵੱਲ ਸੀ ਪਰ ਫਿਰ ਮੋੜ ਲਿਆ। ਹੁਣ ਬਾਹਰੀ ਤੌਰ ਤੇ ਕੀ ਹੈ? ਲੋਕ ਕਹਿਣਗੇ ਮਨਮੁਖ ਨਾਲੋਂ ਬੇਮੁਖ ਖਤਰਨਾਕ ਹੋਇਆ। ਮਨਮੁਖ ਨੇ ਤੇ ਗੁਰੂ ਵੱਲ ਮੂੰਹ ਕੀਤਾ ਹੀ ਨਹੀਂ, ਪਰ ਬੇਮੁਖ ਨੇ ਤੇ ਕਰਕੇ ਫਿਰ ਮੂੰਹ ਮੋੜ ਲਿਆ। ਪਰ ਪਿਆਰਿਓ, ਮਨਮੁਖ ਦੀ ਆਸ ਨਹੀਂ ਹੈਗੀ ਵੀ ਇਹਨੇ ਮੁਕਤ ਹੋਣਾ ਹੈ ਜਾਂ ਨਹੀਂ ਹੋਣਾ। ਬੇਮੁਖ ਦੀ ਫਿਰ ਆਸ ਹੈਗੀ ਵੀ ਮੁਕਤ ਹੋ ਸਕਦਾ ਹੈ। ਚੇਤਾ ਰੱਖਿਓ, ਇੱਕ ਵਾਰੀ ਜਿਹਨੇ ਅੰਮ੍ਰਿਤ ਛਕਿਆ, ਮੰਨ ਲਓ ਮੁੜ ਉਹ ਪਤਿਤ ਹੋ ਗਿਆ, ਉਹ ਬੇਮੁਖ ਹੋ ਗਿਆ। ਪਰ ਜਿਹੜਾ ਅੰਮ੍ਰਿਤ ਉਹਦੇ ਅੰਦਰ ਗਿਆ ਹੈ ਨਾ, ਜਿਹੜਾ ਗੁਰਮੰਤਰ ਉਹਦੇ ਅੰਦਰ ਗਿਆ ਹੈ, ਇੱਕ ਦਿਨ ਰੰਗ ਜ਼ਰੂਰ ਲੈ ਕੇ ਆਉਂਦਾ ਹੈ। ਇੱਕ ਦਿਨ ਕਿਰਪਾ ਜ਼ਰੂਰ ਹੁੰਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਤੇ ਬੇਮੁਖ ਬੰਦਾ ਜਿੱਥੇ ਮਰਜ਼ੀ ਘੁੰਮ ਲੇ, ਆਏਗਾ ਗੁਰੂ ਕੋਲ ਹੀ, ਮੁਕਤੀ ਉਹਦੀ ਹੋਏਗੀ। ਪਰ ਇਹ ਬੇਮੁਖ ਨਹੀਂ ਹੈਗੇ, ਤੇ ਮਨਮੁਖ ਸਨ ਸਾਰੇ ਜੀ। ਤੇ ਮਨਮੁਖ ਦੀ ਮੁਕਤੀ ਦਾ ਚਾਰਾ ਹੀ ਕੋਈ ਨਹੀਂ ਹੈਗਾ। ਪਰ ਮਹਾਰਾਜ ਨੇ ਤੇ ਬਚਨ ਦੇ ਕੇ ਨਿਹਾਲ ਕਰਤਾ ਜੀ ਉਹਨੂੰ। ਹਾਂਜੀ। ਜਬ ਸਾਦੇ ਨੇ ਪਿੱਖੀ ਨ ਡੋਰੀ, ਹਾਂਜੀ। ਏਕਲ ਸੁਤ ਆਇਓ ਨਿਜ ਓਰੀ। ਹੁਣ ਉਧਰ ਕੰਮ ਖਰਾਬ ਹੋ ਗਿਆ ਜੀ। ਉਹ ਸਾਰੇ ਲੱਭਣ ਦੇ ਆ ਵੀ ਨੌ ਕਿੱਥੇ ਗਈ, ਤੇ ਨੌ ਤੇ ਰਸਤੇ ਚੋਂ ਹੀ ਮਹਾਰਾਜ ਦੇ ਚਰਨਾਂ 'ਚ ਪਹੁੰਚ ਗਈ ਜੀ। ਹੁਣ ਉਹ ਲੱਭਣ ਡਏ ਆ, ਉਹ ਕੱਲ ਨੂੰ ਸੁਣਾਂਗੇ ਆਪਾਂ ਜੀ। ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਜ਼ਿੰਦਗੀ ਦੇ ਵਿੱਚ ਨਾ ਮਨਮੁਖ ਬਣੀਏ ਨਾ ਬੇਮੁਖ ਹੀ ਬਣੀਏ ਜੀ। ਕੱਢ ਕੇ ਆਖੋ ਵਾਹਿਗੁਰੂ। ਸਨਮੁਖ ਹੀ ਰਹੀਏ ਜੀ, ਸਨਮੁਖ ਹੀ ਰਹੀਏ ਜੀ। ਹਾਂਜੀ, ਸਨਮੁਖ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੈ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ। ਕਹੈ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਸਨਮੁਖ ਬਣ ਗਏ। ਮਹਾਰਾਜ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ